ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਧਰਮ ਤੇ ਸਮਾਜ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਹਾਂ ਜੀ। ਹਰ ਹਫਤੇ ਦੀ ਤਰ੍ਹਾਂ ਡਾਕਟਰ ਗੁਰਨਾਮ ਕੌਰ ਸਾਡੇ ਨਾਲ ਜੁੜ ਗਏ ਨੇ। ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਆ ਰਿਹਾ, ਗੁਰਪੁਰਬ ਉਹਨਾਂ ਦਾ 19 ਤਰੀਕ ਦਾ, ਅਤੇ ਉਹਦੀ ਆਪਾਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਅਤੇ ਉਹਦੇ ਸੰਬੰਧ 'ਚ ਹੀ ਅੱਜ ਪ੍ਰੋਗਰਾਮ ਕਰਾਂਗੇ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਨਾਨਕ ਸਾਹਿਬ ਦੇ ਸਿੱਖਿਆਵਾਂ ਬਾਰੇ, ਉਹਨਾਂ ਦੀ ਜਿਹੜੀ ਆ ਫਿਲਾਸਫੀ, ਉਹਦੇ ਬਾਰੇ ਗੱਲ ਕਰੀਏ। ਉਹ ਤੋਂ ਪਹਿਲਾਂ ਜਿਹੜੀ ਕਰੰਟ ਟੌਪਿਕ ਅੱਜ ਦਾ ਚੱਲ ਰਿਹਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਕਰਮ ਭੂਮੀ ਸੀਗੀ ਕਰਤਾਰਪੁਰ ਸਾਹਿਬ, ਸਿੱਖਾਂ ਦੀ ਚਰੋਕਣੀ ਮੰਗ ਸੀਗੀ। ਜਦੋਂ ਦਾ ਦੇਸ਼ ਦੀ ਵੰਡ ਹੋਈ ਉਦੋਂ ਤੋਂ ਲੈ ਕੇ ਇੱਕ ਜਜ਼ਬਾ ਆ, ਹਰ ਰੋਜ਼ ਅਰਦਾਸ ਕੀਤੀ ਜਾਂਦੀ ਆ ਕਿ ਜਿਹੜੇ ਗੁਰਧਾਮਾਂ ਨੂੰ ਵਿਛੋੜਿਆ ਗਿਆ ਹੈ ਗੁਰੂ ਪੰਥ ਤੋਂ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਜਿਹੜੇ ਆ ਉਹ ਕਿਸੇ ਤਰੀਕੇ ਨਾਲ ਹੋ ਜਾਣ। ਪਰ ਉਹ ਕੋਈ ਨਾ ਕੋਈ ਮੁਸ਼ਕਲ ਉਹ 'ਚ ਰਹੀ, ਕਿਉਂਕਿ ਦੋਨਾਂ ਪਾਸਿਆਂ ਤੋਂ ਇੱਕ ਟੈਨਸ਼ਨ ਦਾ ਮਾਹੌਲ ਰਿਹਾ। 2-3 ਲੜਾਈਆਂ ਵੀ ਲੜੀਆਂ ਗਈਆਂ ਕਸ਼ਮੀਰ ਦੇ ਮਸਲੇ ਕਰਕੇ ਦੋਵਾਂ ਮੁਲਕਾਂ ਦੇ ਵਿੱਚ। ਅਸਲ 'ਚ ਤੇ ਵੰਡ ਦੇ ਵਿੱਚ ਹੀ ਉਹ ਦਿਖਾਂਤ ਪਿਆ ਆ, ਜਦੋਂ ਦੋ ਕੌਮਾਂ ਦੀ ਥਿਊਰੀ ਨਾਲ ਆਪਾਂ ਭਰਾ ਅਲੱਗ ਹੋ ਗਏ। ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਉਹ ਅਰਦਾਸ ਗੁਰੂ ਮਹਾਰਾਜ ਨੇ ਸੁਣ ਲਈ। ਅਤੇ ਪਿਛਲੇ ਸਮੇਂ ਤੋਂ ਜਿਹੜਾ ਇਹ ਹੋਇਆ ਸਾਰਾ ਐਪੀਸੋਡ ਆਪਾਂ ਜਾਣਦੇ ਹਾਂ, ਉਹ 'ਚ ਸਿਆਸਤ ਵਾਲਿਆਂ ਨੇ ਬਹੁਤ ਕੁਝ ਰੋਂਦ ਪਾਏ, ਪਰ ਉਹ ਖੁੱਲ੍ਹ ਗਿਆ ਕਰਤਾਰਪੁਰ ਦਾ ਲਾਂਘਾ। ਫਿਰ ਬਹਾਨਾ ਮਿਲ ਗਿਆ ਉਹਨਾਂ ਨੂੰ ਕੋਵਿਡ ਕਰਕੇ, ਅਤੇ ਹੁਣ ਦੁਬਾਰਾ ਅੱਜ ਪਹਿਲਾ ਦਿਨ ਹੈ ਜਦੋਂ ਪਹਿਲਾ ਜਥਾ ਉੱਥੇ ਗਿਆ ਸੀਗਾ ਜੀ। ਗਿਆ ਸੀ, ਹਾਂਜੀ। ਇਹ ਬਹੁਤ ਖੁਸ਼ੀ ਦੀ ਗੱਲ ਹੈ ਜੀ, ਵੀ ਕਿਉਂਕਿ ਪਾਕਿਸਤਾਨੀ ਸਰਕਾਰ ਨੇ ਤਾਂ ਕਾਫੀ ਦੇਰ ਦਾ ਖੋਲ੍ਹਿਆ ਹੋਇਆ ਸੀ। ਉਹ ਵੀ ਰਿਕੁਐਸਟ ਕਰਦੇ ਸੀ ਆਪਣੇ ਲੈਵਲ ਦੇ ਉੱਤੇ ਭਾਰਤੀ ਸਰਕਾਰ ਨੂੰ, ਅਤੇ ਇੱਧਰੋਂ ਵੀ ਵੱਖ-ਵੱਖ ਪਾਰਟੀਆਂ ਨੇ ਇਹਦਾ ਸਿਹਰਾ ਵੀ ਲੈਣ ਦੀ ਕੋਸ਼ਿਸ਼ ਕੀਤੀ। ਜਿਵੇਂ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ, ਉਹ ਵੀ ਮਿਲਣ ਗਏ। ਅਮਰਿੰਦਰ ਸਿੰਘ ਹੋਣੀ ਕੈਪਟਨ, ਉਹ ਵੀ ਗਏ। ਉਹ ਕਹਿੰਦੇ ਮੇਰੇ ਕਰਕੇ ਖੁੱਲ੍ਹਿਆ। ਅਤੇ BJP ਨੇ ਕੱਲ੍ਹ ਉੱਥੇ ਕਿਸਾਨਾਂ ਦੇ ਨਾਲ ਥੋੜ੍ਹਾ ਝਗੜਾ ਵੀ ਹੋਣ ਲੱਗਿਆ ਸੀਗਾ। ਉਹ ਲੱਡੂ ਵੰਡ ਰਹੇ ਸੀਗੇ ਕਿ ਸਾਡੇ ਕਹੇ 'ਤੇ ਅਸੀਂ 2-3 ਦਿਨ ਤੋਂ ਖੋਲ੍ਹਿਆ ਹੋਇਆ। ਵੈਸੇ ਤਾਂ ਕੇਂਦਰ ਸਰਕਾਰ ਨੂੰ, ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਹਰ ਇੱਕ ਚੀਜ਼ ਦੇ ਵਿੱਚ ਨਾ ਆਪਣੇ, ਚਾਹੇ ਉਹ ਕੋਈ ਧਰਮ ਕਰਨ ਦੇ ਕੰਮ ਨੇ, ਚਾਹੇ ਸੇਵਾ ਦੇ ਨੇ, ਚਾਹੇ ਲੋਕ ਭਲਾਈ ਦੇ ਨੇ, ਉਹ ਹਮੇਸ਼ਾ ਆਪਣੇ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ। ਅਤੇ ਲੋਕਾਂ ਵੱਲੋਂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਵੀ ਜਦੋਂ 99 ਮੁਲਕਾਂ ਨੂੰ ਫਲਾਈਟਾਂ ਖੋਲ੍ਹ ਦਿੱਤੀਆਂ ਹੋਈਆਂ ਨੇ COVID-19 ਤੋਂ ਬਾਅਦ, ਹੁਣ ਜਿਹੜੀਆਂ ਇੰਨੀ ਦੇਰ ਦੀਆਂ ਬੰਦ ਪਈਆਂ ਸੀ, ਖੋਲ੍ਹ ਦਿੱਤੀਆਂ ਹੋਈਆਂ, ਵੀ ਇਹ ਲਾਂਘਾ ਵੀ ਖੋਲ੍ਹਣਾ ਬਣਦਾ ਹੀ ਸੀਗਾ। ਪਰ ਕਿਉਂਕਿ ਅੱਗੋਂ 22 'ਚ ਪੰਜਾਬ ਦੀ ਇਲੈਕਸ਼ਨ ਆ ਰਹੀ ਹੈ, ਅਤੇ ਉਹ ਫਿਰ ਇਸ ਹਿਸਾਬ ਨਾਲ ਵੀ ਸਿੱਖਾਂ ਨੂੰ ਤੋਹਫਾ ਦੇ ਰਹੇ ਆ, ਅਤੇ ਨਾਲ ਫਿਰ BJP ਨੂੰ ਜਿਤਾਉਣਾ ਵੀ ਚਾਹੁੰਦੇ ਆ ਪੰਜਾਬ ਦੇ ਵਿੱਚ, ਉਹਦਾ ਕੋਈ ਮੂੰਹ ਸਿਰ ਬਣਾਉਣਾ ਚਾਹੁੰਦੇ ਆ। ਇਸ ਕਰਕੇ ਉਸ ਦਾ ਨਾਂ ਲਾ ਕੇ ਕਹਿ ਦਿੱਤਾ ਹੋਇਆ ਵੀ ਅਸੀਂ ਮਤਲਬ ਸਿੱਖਾਂ ਦਾ ਇਹ ਸ਼ਰਧਾ ਦਾ ਸਥਾਨ ਹੈ, ਇਸ ਕਰਕੇ ਅਸੀਂ ਇਹ ਖੋਲ੍ਹ ਰਹੇ ਹਾਂ। ਅਤੇ ਚਲੋ ਦੇਰ ਆਏ ਦਰੁਸਤ ਆਏ, ਕਿਸੇ ਵੀ ਬਹਾਨੇ ਨਾਲ ਖੋਲ੍ਹਿਆ, ਇਹ ਲਾਂਘਾ ਖੋਲ੍ਹ ਦਿੱਤਾ ਹੋਇਆ ਗੁਰਪੁਰਬ ਤੋਂ ਪਹਿਲਾਂ, ਬਹੁਤ ਹੀ ਚੰਗੀ ਗੱਲ ਹੈ। ਪਰ ਸਾਡੀ ਇਹ ਇੱਛਾ ਵੀ ਹੈ ਅਤੇ ਇਹ ਕਹਿਣਾ ਵੀ ਚਾਹਾਂਗੇ ਕਿ ਇਹੋ ਜਿਹੇ ਜਿਹੜੇ ਹੈਗੇ ਨੇ ਨਾ ਧਾਰਮਿਕ ਪੁੰਨ ਦੇ ਕੰਮ ਨੇ, ਜਾਂ ਮਤਲਬ ਲੋਕਾਂ ਦੀ ਸ਼ਰਧਾ ਜਿੱਥੇ ਹੈਗੀ ਹੈ ਸੰਬੰਧਿਤ ਹੈ, ਉਹਦੇ ਵਿੱਚ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹ ਲਾਂਘਾ ਖੁੱਲ੍ਹਿਆ ਰਹਿਣਾ ਚਾਹੀਦਾ ਹੈ ਨਾ। ਜਦੋਂ ਖੋਲ੍ਹਣਾ ਸੀ ਉਦੋਂ ਵੀ ਬਹੁਤ ਕਿਸਮ ਦੀ ਰਾਜਨੀਤੀ ਹੋਈ, ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ, ਹੋਰ ਵੀ ਕਈਆਂ ਨੇ ਕੀਤੀ, ਅਤੇ ਹੁਣ ਫਿਰ ਰਾਜਨੀਤੀ ਕੀਤੀ ਗਈ ਹੈ। ਇਹੋ ਜਿਹੇ ਸਮਿਆਂ ਦੇ ਉੱਤੇ ਇਹੋ ਜਿਹੀਆਂ ਥਾਵਾਂ ਦੇ ਲਈ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਹ ਸਾਰੇ ਸਾਂਝੇ ਸਥਾਨ ਨੇ, ਲੋਕ ਉੱਥੇ ਜਾਂਦੇ ਨੇ ਸ਼ਰਧਾ ਭਾਵਨਾ ਨਾਲ, ਕੋਈ ਕਿਸੇ ਕਿਸਮ ਦੀ ਰਾਜਨੀਤੀ ਤਾਂ ਕਰਨ ਜਾਂਦਾ ਨਹੀਂ। ਆਪਾਂ ਜਾ ਕੇ ਦੇਖਿਆ ਹੀ ਹੈ ਕਿ ਕਿੱਥੇ ਉੱਥੇ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਆਪਣਾ ਕਿਸੇ ਦੇ ਨਾਲ ਮਿਲਣ ਦਾ ਜਾਂ ਗੱਲਬਾਤ ਕਰਨ ਦਾ। ਵੈਸੇ ਵੀ ਤੁਸੀਂ ਇੱਧਰੋਂ ਵੀ ਹਰ ਤਰ੍ਹਾਂ ਦੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਜਾਣਾ, ਉੱਧਰੋਂ ਵੀ ਅਗਲੇ ਅਦਰਵਾਈਜ਼ ਤਾਂ ਲੰਘਣ ਨਹੀਂ ਦਿੰਦੇ ਹੈਗੇ, ਕੁਛ ਵੀ ਇਸ ਕਿਸਮ ਦਾ ਨਹੀਂ ਹੁੰਦਾ। ਸੋ ਇਹ ਗੱਲਾਂ ਨੇ ਜਿਹੜੀਆਂ ਇਹ ਰਾਜਨੀਤੀ ਤੋਂ ਉੱਤੇ ਹੋਣੀਆਂ ਚਾਹੀਦੀਆਂ ਨੇ। ਚਲੋ ਵਾਹਿਗੁਰੂ ਦਾ ਸ਼ੁਕਰ ਹੈ, ਭਾਰਤੀ ਸਰਕਾਰ ਦਾ ਵੀ ਸ਼ੁਕਰ ਹੈ, ਪਾਕਿਸਤਾਨੀ ਸਰਕਾਰ ਦਾ ਵੀ ਅਸੀਂ ਸ਼ੁਕਰ ਅਦਾ ਕਰਦੇ ਹਾਂ
ਕਿ ਸਾਰਿਆਂ ਨੇ ਰਲ ਮਿਲ ਕੇ ਇਸ ਮੌਕਾ ਸਾਨੂੰ ਫੇਰ ਦਿੱਤਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਨੇ ਜਿਹੜੇ ਉਹ ਜੀ ਜਿਹੜੀ ਸਿਆਸਤ ਦੀ ਗੰਦੀ ਗੇਮ ਹੈ ਨਾ ਡਾਕਟਰ ਸਾਹਿਬ, ਅਸਲ 'ਚ ਇਹ ਸਾਰੀ ਚੀਜ਼ ਨੂੰ ਖਰਾਬ ਕਰ ਰਹੀ ਆ। ਆਪਾਂ ਦੇਖ ਰਹੇ ਹਾਂ ਕਿ ਜਦੋਂ ਤੋਂ ਲਾਂਘਾ ਖੁੱਲ੍ਹਣ ਲਈ ਇੱਕ ਬਣਿਆ ਸੀਗਾ ਮੌਕਾ, ਭਾਵੇਂ ਉਹ ਨਵਜੋਤ ਸਿੱਧੂ ਕਰਕੇ ਬਣਿਆ, ਤੇ ਇੱਕ ਦੌੜ ਲੱਗ ਗਈ ਕਿ ਕ੍ਰੈਡਿਟ ਕੌਣ ਲਵੇ। ਸਾਡੇ ਕ੍ਰੈਡਿਟ ਵਾਰ ਬਹੁਤ ਆ, ਕ੍ਰੈਡਿਟ ਵਾਰ ਜਿਹੜੀ ਹੈ ਨਾ ਧਰਮ ਦੇ ਮਾਮਲੇ 'ਚ ਘੱਟੋ ਘੱਟ ਸਿਆਸਤਦਾਨ ਸਿਆਸਤ ਕਰਨ ਕਿ ਧਰਮ ਦੇ ਨਾਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਰ ਉਹ ਸਾਡਾ ਨਾ ਗੁਰੂ ਨਾਨਕ ਦੇ ਵੇਲੇ ਵੀ ਇਹੀ ਸਮਾਂ ਸੀਗਾ, ਇਸੇ ਕਿਸਮ ਦਾ ਚੱਲ ਰਿਹਾ ਸੀ ਤੇ ਅੱਜ ਕੱਲ੍ਹ ਵੀ ਉਹੀ ਚੱਲ ਰਿਹਾ ਕਿ ਅਸੀਂ ਭਾਵੇਂ ਉਹ ਕੋਈ ਸੂਖਮ ਤੋਂ ਸੂਖਮ ਗੱਲ ਹੈ, ਚਾਹੇ ਉਹ ਧਰਮ ਹੈ, ਅਸੀਂ ਹਰ ਚੀਜ਼ ਨੂੰ ਹੈ ਜਿਹੜਾ ਨਾ ਉਹਦੇ ਉੱਤੇ ਰਾਜਨੀਤੀ ਕਰਨਾ ਚਾਹੁੰਦੇ ਹਾਂ। ਇਹ ਕੋਈ ਬਹੁਤ ਸਾਡੇ ਮੁਲਕ ਵਿੱਚ ਖਾਸ ਕਰਕੇ ਇਹ ਜ਼ਿਆਦਾ ਚੱਲਦਾ ਹੈ। ਵੈਸੇ ਤੇ ਪਾਕਿਸਤਾਨ 'ਚ ਵੀ ਹੈ ਜੀ, ਕਿਉਂਕਿ ਪਾਕਿਸਤਾਨ ਬਣਿਆ ਇਸਲਾਮ ਦੇ ਨਾਂ ਤੇ ਬਣਿਆ ਹੋਇਆ ਮੁਲਕ ਕਰਕੇ। ਕਲਚਰ ਦੋਵਾਂ ਮੁਲਕਾਂ ਦਾ ਇੱਕੋ ਜਿਹਾ, ਕੋਈ ਬਹੁਤਾ ਪਰ ਇੱਕ ਤਾਰੀਫ ਕਰਨੀ ਬਣਦੀ ਆ ਇਮਰਾਨ ਖਾਨ ਦੀ, ਕਿਉਂਕਿ ਉਹ ਇੱਕ ਸਪੋਰਟਸਮੈਨ ਰਿਹਾ, ਦੁਨੀਆ ਘੁੰਮੀ ਆ, ਉਹਨਾਂ ਨੇ ਇਹ ਚੀਜ਼ਾਂ ਤੋਂ ਥੋੜਾ ਜਿਹਾ ਹਟ ਕੇ ਜਿਹੜਾ ਇਹ ਮਤਲਬ ਇੱਕ ਕਿਸਮ ਦਾ ਦੋਸਤੀ ਦਾ ਇੱਕ ਪੈਗਾਮ ਸੀ, ਇੱਕ ਰਾਹ ਖੋਲਣ ਦੀ ਕੋਸ਼ਿਸ਼ ਕੀਤੀ ਸੀ ਕਿ ਕਰਤਾਰਪੁਰ ਦੇ ਲਾਂਘੇ ਦੇ ਰਾਹੀਂ ਭਾਰਤ ਨਾਲ ਬਾਕੀ ਵੀ ਸਾਰੇ ਲਾਂਘੇ ਖੁੱਲ ਜਾਣ। ਸ਼ਾਇਦ ਦੇਖੋ ਇਹ ਦੋਵੇਂ ਮੁਲਕ ਨੇ ਜਿਹੜੇ ਕੋਈ ਇਹ ਫੜਾ ਜਿੰਨੀਆਂ ਮਰਜ਼ੀ ਮਾਰੀ ਜਾਣ, ਇਹਨਾਂ ਦੇ ਵਿੱਚ ਗਰੀਬੀ ਬਹੁਤ ਹੈ, ਦੋਹਾਂ ਮੁਲਕਾਂ ਦੇ ਵਿੱਚ ਬਹੁਤ ਹੈ। ਤੁਸੀਂ ਹੁਣ ਦੀਆਂ ਰਿਪੋਰਟਾਂ ਪੜ੍ਹੀਆਂ ਹੋਣਗੀਆਂ ਕਿ ਕੁਪੋਸ਼ਣ ਦੇ ਵਿੱਚ ਜਾਂ ਭੁੱਖਮਰੀ ਨਾਲ ਹਿੰਦੁਸਤਾਨ 'ਚ ਵੀ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਤੇ ਪਾਕਿਸਤਾਨ ਦੀ ਵੀ ਕੋਈ ਬਹੁਤ ਵਧੀਆ ਹਾਲਤ ਨਹੀਂ। ਕੱਲ ਹੀ ਸੁਪਰੀਮ ਕੋਰਟ ਨੇ ਭਾਰਤ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਖਿੱਚਿਆ ਕਿ ਇੱਕ ਹਫ਼ਤੇ ਦੇ ਵਿੱਚ ਰਿਪੋਰਟ ਦਿਓ ਜਿਹੜੀ ਭੁੱਖਮਰੀ ਨਾਲ ਦੇ। ਕੁਪੋਸ਼ਣ ਦੀ ਗੱਲ ਬੜੀ ਦੂਰ ਆ ਕਿ ਮਾੜਾ ਭੋਜਨ, ਭੁੱਖਮਰੀ ਦੇ ਉੱਤੇ ਅਸੀਂ ਚਿੰਤਾ। ਮੌਤਾਂ ਨੇ ਜਿਹੜੀਆਂ ਉਹ ਕੱਲੀ ਭੁੱਖਮਰੀ ਨਾਲ ਹੁੰਦੀਆਂ ਨੇ। ਆਪਣਾ ਮਤਲਬ ਪਰ ਉੱਥੇ ਦਾ ਜਿਹੜਾ ਵਾਤਾਵਰਨ ਆ, ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਸਰਕਾਰਾਂ ਹੈਂਡਲ ਕਰਦੀਆਂ ਨੇ, ਉਹ ਕਿਤੇ ਨਾ ਕਿਤੇ ਗਲਤ ਹੈ। ਪਰ ਖਾਸ ਕਰਕੇ ਜਿਹੜਾ ਧਰਮ ਦਾ ਮਾਮਲਾ, ਗੁਰੂ ਨਾਨਕ ਸਾਹਿਬ ਦੀ ਬਾਕੀ ਗੱਲ ਕਰੀਏ, ਜਦੋਂ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਕਿਸੇ ਮਤਲਬ ਇੱਕ ਧਰਮ ਦੇ ਵੱਜਵੇਂ ਗੁਰੂ ਨਹੀਂ ਸੀਗੇ। ਆਪਾਂ ਕਹਿੰਦੇ ਜਗਤ ਗੁਰੂ ਦਾ ਖਿਤਾਬ ਗੁਰੂ ਬਾਬਾ ਨਾਨਕ ਇਸੇ ਕਰਕੇ ਕਹਿੰਦੇ ਉਹਨਾਂ ਨੇ ਸਰਬ ਸਾਂਝਾ ਉਪਦੇਸ਼ ਦਿੱਤਾ ਜੀ। ਚਾਹੇ ਕੋਈ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਕੋਈ ਵੀ ਹੈ, ਉਹਨੂੰ ਉਹ ਸਰਬ ਸਾਂਝਾ, ਕਿਉਂਕਿ ਉਹਨੂੰ ਗੱਲ ਮਾਨਵਤਾ ਦੀ ਕਰਦੇ ਨੇ। ਹੁਣ ਇਸ ਗੱਲ ਪਹਿਲਾਂ ਮੈਨੂੰ ਭਾਈ ਗੁਰਦਾਸ ਦੀਆਂ ਵਾਰਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਉਹ ਇਸ ਕਰਕੇ ਕਿ ਉਹਨਾਂ ਨੇ ਬੜੇ ਬਰੀਕੀ ਦੇ ਵਿੱਚ ਉਹ ਸਾਰਾ ਕੁਝ ਨਾ ਐਕਸਪਲੇਨ ਕੀਤਾ ਹੋਇਆ। ਗੁਰੂ ਨਾਨਕ ਸਾਹਿਬ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਬਾਣੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਐਕਸਪਲੇਨ ਕੀਤਾ ਹੋਇਆ। ਪਰ ਭਾਈ ਗੁਰਦਾਸ ਵੀ ਕਹਿੰਦੇ ਨੇ ਹੁਣ ਉਹ ਸਾਰਾ ਦੇਖੋ ਸ੍ਰਿਸ਼ਟੀ ਦੇ ਉਤਪਤੀ ਤੋਂ ਲੈ ਕੇ ਫਿਰ ਵੇਦ ਕਿਵੇਂ ਰਚੇ ਗਏ, ਸ਼ਾਸਤਰ ਕਿਵੇਂ ਰਚੇ ਗਏ, ਉੱਥੋਂ ਬਾਅਦ ਵੀ ਜਿਹੜੀ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਜਨਮ ਵੇਲੇ ਜਿਹੜੀ ਸਥਿਤੀ ਹੈਗੀ ਆ, ਉਦੋਂ ਜੋ ਹਿੰਦੁਸਤਾਨ ਦੀ ਹਾਲਤ ਸੀ, ਉਹਦੇ ਬਾਰੇ ਹੁਣ ਉਹ ਕਹਿੰਦੇ ਵੀ ਭਈ ਗਿਲਾਨੀ ਜਗਤ ਵਿੱਚ 4 ਵਰਨ ਆਸ਼ਰਮ ਉਪਾਏ। ਹੁਣ ਇਹ ਆਪਾਂ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਹੈ ਨਾ 4 ਵਰਨ ਥਿਊਰੀ ਹੈ ਜਿਹੜੀ, ਉਹਦੇ ਸਿਰ 'ਤੇ ਫਿਰ ਅੱਗੋਂ ਕਿੰਨੀਆਂ ਜਾਤਾਂ ਉਪਜਾਤਾਂ ਕਿੰਨੀਆਂ ਦੇ ਵਿੱਚ ਵੰਡਿਆ ਗਿਆ। ਫਿਰ ਦੇਖੋ ਹੁਣ ਸੰਨਿਆਸੀ ਵੀ ਹਿੰਦੂ ਧਰਮ ਨੂੰ ਨਾਲ ਸੰਬੰਧਿਤ ਨੇ, ਜੋਗੀ ਵੀ ਹਿੰਦੂ ਧਰਮ ਨਾਲ ਸੰਬੰਧਿਤ ਨੇ। ਹੁਣ ਭਾਈ ਗੁਰਦਾਸ ਇੱਥੇ ਕਹਿੰਦੇ ਵੀ 10 ਨਾਮ ਸੰਨਿਆਸੀਆਂ, 10 ਫਿਰਕੇ ਸੰਨਿਆਸੀਆਂ ਦੇ ਨੇ, 12 ਪੰਥ ਜੋਗੀਆਂ ਦੇ ਨੇ, ਤੇ ਉਹ ਆਪਸ ਵਿੱਚ ਲੜਦੇ ਰਹਿੰਦੇ ਨੇ। ਇਸੇ ਤਰ੍ਹਾਂ ਹੁਣ ਜੰਗਮ ਤੇ ਸਰੇਵੜੇ ਜਿਹੜੇ ਨਾਂਗੇ ਸਾਧੂ ਹੁੰਦੇ ਨੇ, ਦੂਸਰੇ ਹੁੰਦੇ ਨੇ ਵਿਰਕਤ ਹੋਏ ਸੰਸਾਰ ਤੋਂ, ਉਹਨਾਂ ਦੇ ਆਪਣਾ ਸਿਸਟਮ ਹੈ। ਦਿਗੰਬਰ ਨੇ, ਉਹਨਾਂ ਦਾ ਵੀ ਆਪਸ ਵਿੱਚ ਵਾਦ ਵਿਵਾਦ ਚੱਲਦਾ। ਇਹ ਨਹੀਂ ਹੈ ਵੀ ਆਪਣੇ ਆਪਣੇ ਚਲੋ ਜੇ ਤੁਸੀਂ ਅਲੱਗ-ਅਲੱਗ ਰਸਤੇ ਵੀ ਬਣਾਏ ਨੇ ਤੇ ਉਹਨਾਂ ਦੇ ਉੱਤੇ ਤੁਸੀਂ ਆਰਾਮ ਨਾਲ ਚੱਲਦੇ ਰਹੇ, ਨਹੀਂ ਆਪਸ ਵਿੱਚ ਵੀ। ਫਿਰ ਇਹਦੀ ਜਿਹੜੀ ਸਿੱਟਦੇ ਕਿਹਦੇ ਸਿਰ ਨੇ ਭਾਈ ਗੁਰਦਾਸ, ਉਹ ਸਿੱਟਦੇ ਨੇ ਪੁਜਾਰੀ ਕਲਾਸ ਦੇ ਉੱਤੇ। ਬ੍ਰਾਹਮਣ ਕੌਣ ਨੇ? ਉਹ ਪੁਜਾਰੀ ਕਲਾਸ। ਕਹਿੰਦੇ ਬ੍ਰਾਹਮਣ ਬਹੁ ਪ੍ਰਕਾਰ ਕਰ ਸ਼ਾਸਤਰ ਵੇਦ ਪੁਰਾਣ ਲੜਾਏ। ਹੁਣ ਦੇਖੋ ਇੱਕੋ ਧਰਮ ਦੇ ਇਹ ਗ੍ਰੰਥ ਨੇ ਸਾਰੇ, ਚਾਹੇ ਵੇਦ ਨੇ, ਚਾਹੇ ਪੁਰਾਣ ਨੇ, ਚਾਹੇ 6 ਸਿਸਟਮ ਨੇ, 6 ਸ਼ਾਸਤਰ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਤੇ ਉਹਨਾਂ ਨੂੰ ਵੀ ਆਪਸ ਵਿੱਚ ਵਾਦ ਵਿਵਾਦ ਉਹਨਾਂ ਦਾ। ਖੱਟ ਦਰਸ਼ਨ ਬਹੁ ਵੈਰ ਕਰ ਨਾਲ 36 ਪਖੰਡ ਰਲਾਏ। ਇਕੱਲੇ ਉਹ ਨਹੀਂ। ਡਾਕਟਰ ਸਾਹਿਬ ਮੈਨੂੰ ਐਵੇਂ ਨਹੀਂ ਕਹਿੰਦੇ ਕਿ ਭਾਈ ਗੁਰਦਾਸ ਦੀ ਬਾਣੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆ। ਮੈਨੂੰ ਲੱਗਦਾ ਜਿਹੜਾ ਇਹ ਸ਼ਲੋਕ ਤੁਸੀਂ ਪੜ੍ਹਿਆ ਸਾਰਾ, ਜੇ ਇਹਨੂੰ ਹੀ ਵੇਖ ਲਈਏ ਤੇ ਇੱਕ ਕਿਸਮ ਦਾ ਜਿਹੜਾ ਉਸ ਸਮੇਂ ਦਾ ਹਿੰਦੂ ਧਰਮ ਦਾ ਢਾਂਚਾ ਸੀ, ਸਾਡਾ ਢਾਂਚਾ, ਮਤਲਬ ਅਸੀਂ ਉੱਥੋਂ ਹੀ ਸੀਗੇ, ਹਿੰਦੁਸਤਾਨੀ ਸੁਸਾਇਟੀ ਆਪਾਂ ਭਾਰਤ ਦਾ ਢਾਂਚਾ ਸੀ, ਉਹ ਕੁਝ ਕੁ ਸਤਰਾਂ ਦੇ ਵਿੱਚ ਉਹਨਾਂ ਨੇ ਪੂਰਾ ਨਕਸ਼ਾ ਕਿੰਨੀਆਂ ਸੰਖੇਪ ਉਹਦੇ ਵਿੱਚ ਦਿੱਤਾ। ਫਿਰ ਦੇਖੋ ਟੂਣੇ ਟਾਮਣ ਜਿੰਨੇ ਤੰਤ ਮੰਤ ਰਸਾਇਣਾ ਕਰਾਮਾਤ ਕਾਲਖ ਲਿਪਟਾਏ, ਇਹ ਸਾਰਾ ਕੁਝ ਕਾਲਖ ਹੀ ਹੈ, ਹਨੇਰ ਹੈ। ਵੀ ਤੁਸੀਂ ਪਤਾ ਨਹੀਂ ਕਿੰਨੇ ਕਿਸਮ ਦੇ ਕਰਮਕਾਂਡ ਵਿੱਚ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਉਹ ਇੱਕ ਸਤੇ ਬਹੁ ਰੂਪ ਕਰ ਰੂਪ ਕਰੂਪੀ ਘਣੇ ਦਿਖਾਏ। ਹੁਣ ਹੈ ਤਾਂ ਇੱਕ ਰੂਪ ਹੈ ਨਾ, ਧਰਮ ਨੂੰ ਮੰਨੀਏ ਚਾਹੇ ਬੰਦੇ ਨੂੰ ਮੰਨੀਏ, ਤੇ ਉਹ ਕਿੰਨਾ ਕੁਛ ਉਹਦਾ ਕਰਕੇ
ਤੇ ਕਲਯੁਗ ਅੰਦਰ ਭਰਮ ਭੁਲਾਏ, ਇਹ ਉਹ ਨਤੀਜਾ ਕੱਢਦੇ ਆ। ਹੁਣ ਇਹ ਤਾਂ ਹਾਲਤ ਹੈਗੀ ਹੈ ਆਪਣਾ ਹਿੰਦੂ ਧਰਮ ਦੀ। ਫਿਰ ਉਹ ਕਹਿੰਦੇ ਵੀ ਇਹ ਘੱਟ ਨਹੀਂ ਵੀ ਇਕੱਲਾ ਇਹ ਹਿੰਦੂ ਧਰਮ ਦੇ ਵਿੱਚ ਹੀ ਹੈ, ਅੱਗੋਂ ਮੁਸਲਮਾਨਾਂ ਦੀ ਵੀ ਉਹ ਗੱਲ ਕਰਦੇ, 4 ਵਰਨ 4 ਮਜ਼੍ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨ ਨੇ, ਦੋਨੋਂ ਨੇ ਨਾ, ਹਿੰਦੂ ਨੇ ਮੁਸਲਮਾਨ ਨੇ। ਖੁਦੀ ਵਕੀਲ ਤਕਬਰੀ ਖਿੱਚੋ ਤਾਣ ਕਰੇਨ ਧਕਾਣੇ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨ। ਉਹਨਾਂ ਦੀ ਤਾਂ ਗੰਗਾ ਤੇ ਬਨਾਰਸ ਹੈ ਪਵਿੱਤਰ, ਉਹਨਾਂ ਵਾਸਤੇ ਕਾਬਾ ਤੇ ਮੱਕਾ ਹੈ। ਸੁੰਨਤ ਮੁਸਲਮਾਨ ਦੀ ਤਿਲਕ ਜੰਝੂ ਹਿੰਦੂ ਲੁਭਾਣੇ। ਉਹ ਇਹਦੇ ਵਿੱਚ ਹੀ ਮਤਲਬ ਰਹਿੰਦੇ ਨੇ ਵਿਅਸਤ ਵੀ ਸਾਡਾ ਤਿਲਕ ਤੇ ਜੰਝੂ ਹੈ। ਉਹ ਕਹਿੰਦੇ ਵੀ ਸਾਡੀ ਸੁੰਨਤ ਹੈ। ਰਾਮ ਰਹੀਮ ਕਹਾਇਂਦੇ ਇੱਕ ਨਾਮ ਦੋਏ ਰਾਹ ਭੁਲਾਣੇ। ਉਹ ਹੈ ਤਾਂ ਇੱਕੋ ਹੀ ਹੈ ਨਾ ਅਕਾਲ ਪੁਰਖ, ਜਿਹਦੇ ਨਾਂ ਰਾਮ ਤੇ ਰਹੀਮ ਕਰਕੇ, ਚਾਹੇ ਉਹਨੂੰ ਰਾਮ ਕਰਕੇ ਯਾਦ ਕਰ ਲਓ, ਚਾਹੇ ਰਹੀਮ ਕਰਕੇ, ਵੀ 2 ਰਸਤੇ ਬਣਾ ਕੇ ਇਹ ਤਾਂ ਲੋਕਾਂ ਨੂੰ ਭਰਮ ਦੇ ਵਿੱਚ ਪਾਉਣ ਵਾਲਾ ਹੈ ਆਪਣਾ। ਵੇਦਕ ਤੇ ਭੁਲਾਇ ਕੇ ਮੋਹੇ ਲਾਲਚ ਦੁਨੀ ਸੈਤਾਣੇ। ਇਹ ਗੱਲ ਯਾਦ ਰੱਖਣ ਵਾਲੀ ਹੈ। ਵੇਦ ਨੇ ਕੀ ਕਿਹਾ ਤੇ ਕੁਰਾਨ ਸ਼ਰੀਫ ਦੇ ਵਿੱਚ ਕੀ ਕਿਹਾ, ਉਹਨੂੰ ਭੁੱਲ ਕੇ ਆਪਣਾ ਜਿਹੜਾ ਹੈਗਾ ਨਾ ਲਾਲਚ ਹੈ, ਉਹਦੇ ਕਰਕੇ ਉਹ ਲੋਕਾਂ ਨੂੰ ਭਰਮ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ। ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੌਲਾਣੇ। ਬ੍ਰਾਹਮਣ ਹੈ ਜਿਹੜਾ ਉਹ ਪੁਜਾਰੀ ਇੱਧਰ ਹਿੰਦੂ ਧਰਮ ਦਾ, ਤੇ ਮੌਲਾਨਾ ਜਿਹੜਾ ਉਹ ਇਸਲਾਮ ਦਾ। ਕਿ ਬਈ ਸੱਚ ਨੂੰ ਤਾਂ ਪਾਸੇ ਰੱਖ ਦਿੱਤਾ, ਆਪਸ ਵਿੱਚ ਤੁਸੀਂ ਆਪ ਵੀ ਲੜਦੇ ਹੋ ਤੇ ਲੋਕਾਂ ਨੂੰ ਵੀ ਲੜਾਉਂਦੇ ਹੋ। ਸਿਰੋਂ ਨਾ ਮਿਟਣ ਆ ਬਣ ਜਾਣੇ। ਇਹਦੇ ਨਾਲ ਤੁਹਾਡਾ ਜਿਹੜਾ ਆਵਾਗਮਨ ਹੈ ਸੰਸਾਰ ਦਾ, ਇਹ ਨਹੀਂ ਮਿਟਣ ਜੇ ਤੁਸੀਂ ਕਹੋ ਵੀ ਇੱਦਾਂ ਮੁਕਤੀ ਮਿਲ ਜੂ, ਕਿਉਂਕਿ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਨੂੰ ਘਰਾਹੇ ਪਾਉਣ ਵਾਲੀਆਂ। ਇੱਥੇ ਇੱਕ ਸਵਾਲ ਹੋਰ ਉੱਠਦਾ ਹੈ ਵੀ ਭਾਈ ਗੁਰਦਾਸ ਜੀ ਦੇ ਸਮੇਂ, ਹਾਲਾਂਕਿ ਕਹਿੰਦੇ ਆ ਉਦੋਂ ਰਜਵਾੜਾ ਸ਼ਾਹੀ ਸੀ, ਇਸਲਾਮ ਦਾ ਬੋਲਬਾਲਾ ਸੀਗਾ, ਹਿੰਦੂ ਧਰਮ ਵਾਲੇ ਕਹਿੰਦੇ ਅਸੀਂ 800 ਸਾਲ ਗੁਲਾਮ ਰਹੇ, ਹੁਣ ਆਜ਼ਾਦ ਹੋਏ ਆ। ਤੇ ਹੁਣ ਗਾਂ ਨਵੀਂ ਪਰਿਭਾਸ਼ਾ ਵੀ ਆ ਗਈ, ਇੱਕ ਫਿਲਮ ਐਕਟਰਸ ਨੇ ਕੱਢਤੀ ਆ ਕਿ ਅਸੀਂ 47 'ਚ ਵੀ ਆਜ਼ਾਦ ਨਹੀਂ ਸੀ ਹੋਏ, ਆਜ਼ਾਦ ਤੇ ਹੁਣ ਹੋਏ ਆ 14 'ਚ ਜਦੋਂ ਆਪਣੇ। ਇਹ ਜਿਹੜਾ ਨੈਰੇਟਿਵ ਹੈ ਨਾ, ਜਿਹੜਾ ਕੰਗਣਾ ਰਣੌਤ ਨੇ, ਤੁਸੀਂ ਐਕਟਰਸ ਦੀ ਜਿਹਦੀ ਗੱਲ ਕਰਦੇ ਹੋ ਸਿਰਜਿਆ, ਉਹ ਆਪਣੇ ਆਪ ਨਹੀਂ ਇਹ ਕਹਿ ਰਹੀ ਹੈਗੀ, ਇਹ ਤਾਂ ਇਹ ਸਾਰੀ ਬੀਜੇਪੀ ਦਾ ਨੈਰੇਟਿਵ ਹੈ, ਕਹਾਇਆ ਜਾ ਰਿਹਾ। ਹਾਂਜੀ ਬਿਲਕੁਲ ਕਹਾਇਆ ਜਾ ਰਿਹਾ। ਉਹ ਕਾਂਗਰਸ ਪਾਰਟੀ ਨੂੰ ਇਹਦੇ ਵਿੱਚੋਂ ਮਾਈਨਸ ਕਰਨਾ ਚਾਹੁੰਦੇ ਆ, ਕਾਂਗਰਸ ਮੁਕਤ ਕਰਨਾ ਚਾਹੁੰਦੇ ਆ ਹਿੰਦੁਸਤਾਨ ਨੂੰ। ਤੇ ਇਹਦਾ ਮਤਲਬ ਇਹ ਥੋੜ੍ਹੀ ਵੀ ਤੁਸੀਂ ਆਜ਼ਾਦੀ ਨੂੰ ਭੀਖ ਮਿਲੀ ਕਹਿ ਰਹੇ ਹੋ। ਦੇਖੋ ਗਦਰੀ ਬਾਬਿਆਂ ਨੇ ਆਪਣੀਆਂ ਜਾਨਾਂ ਬਾਰੀਆਂ, ਇੱਥੋਂ ਆਪਣੀਆਂ ਕਮਾਈਆਂ ਛੱਡ ਕੇ ਉਹ ਉੱਥੇ ਲੜਾਈ ਕਰਨ ਦੇ ਲਈ ਫਰੀਡਮ ਲਈ ਮੂਵਮੈਂਟ ਲਈ ਗਏ। ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਭਗਤ ਸਿੰਘ ਤੱਕ ਤੁਸੀਂ ਦੇਖੋ, ਕਾਲੇ ਪਾਣੀ ਦੇ ਵਿੱਚ ਕਿੰਨੀਆਂ ਪੰਜਾਬੀਆਂ ਨੇ, ਬੰਗਾਲੀਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਤੇ ਮੈਂ ਤਾਂ ਕਿਤੇ ਇਹ ਵੀ ਪੜ੍ਹ ਰਹੀ ਸੀਗੀ ਵੀ ਕਿਤੇ ਸਿਰਫ ਇਹੋ ਹੀ ਨਹੀਂ ਹੈ ਕਿ ਸਰਵਰਕਰ ਨੇ ਅੰਦਰੋਂ ਮਾਫੀ ਮੰਗੀ ਹੈ ਤੇ ਅੰਗਰੇਜ਼ਾਂ ਨੂੰ ਕਿਹਾ ਵੀ ਮੈਂ ਹਰ ਤਰ੍ਹਾਂ ਨਾਲ ਕੋਆਪਰੇਟ ਕਰੂੰਗਾ। ਉਹਨਾਂ ਨੇ ਜਿਹੜੇ ਬੰਦੇ ਭਰਤੀ ਕਰਾਏ ਸੀ ਉਦੋਂ ਵਰਲਡ ਵਾਰ ਸੈਕੰਡ ਦੇ ਵਾਸਤੇ, ਉਹ ਫੌਜ RSS ਦੀ ਜਿਹੜੀ ਭਰਤੀ ਕਰਾਈ ਹੋਈ ਸੀ ਸਰਵਰਕਰ ਦੀ, ਉਹ ਆਜ਼ਾਦ ਹਿੰਦ ਫੌਜ ਦੇ ਖਿਲਾਫ ਲੜੀ ਸੀ। ਇਹ ਨੈਰੇਟਿਵ ਇਹ ਕਿਸੇ ਕੰਗਣਾ ਸ਼ੰਗਣਾ ਇਹ ਚੀਜ਼ਾਂ ਤੇ ਡਾਕਟਰ ਸਾਹਿਬ ਵੈਸੇ ਲੋਕਾਂ ਨੂੰ ਪਤਾ ਹੈ, ਪਰ ਫਿਰ ਵੀ ਜਿਹੜਾ ਉਹ ਧਰਮ ਦਾ ਹੁੰਦਾ ਨਾ। ਪਰ ਗੱਲ ਅਸਲ 'ਚ ਇਹ ਆ, ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਵੀ ਭਾਈ ਗੁਰਦਾਸ ਰਾਣੇ ਜਾਂ ਗੁਰਬਾਣੀ 'ਚ ਵੀ ਜਿੱਦਾਂ ਸੱਚੀਆਂ ਚੀਜ਼ਾਂ ਜਿੱਦਾਂ ਸਾਹਮਣੇ ਲਿਆਂਦੀਆਂ। ਮੈਂ ਕਿੰਗਡਮ ਦੇ ਵੇਲੇ ਦੀ ਗੱਲ ਇਹ ਕੀਤੀ ਆ ਕਿ ਉਦੋਂ ਟੋਲਰੈਂਸ ਦਾ ਲੈਵਲ ਫਿਰ ਵੀ ਕਿਤੇ ਨਾ ਕਿਤੇ ਹੋਏਗਾ ਕਿ ਇੰਨਾ ਕੋਈ ਸੁਣ ਕੇ, ਆਹ ਚੀਜ਼ਾਂ ਸੁਣ ਕੇ ਹਿੰਦੂ ਮੁਸਲਮਾਨ ਤੇ ਇੱਕ ਡਾਇਰੈਕਟ ਉਹਨਾਂ ਦਾ ਪਾਜ ਸਾਰੇ ਉਧੇੜੇ ਹੋਏ ਆ ਭਾਈ ਗੁਰਦਾਸ ਜੀ ਨੇ। ਤੇ ਉਸ ਸਮੇਂ ਇਸ ਤਰ੍ਹਾਂ ਮਤਲਬ ਉਹਨਾਂ ਨੂੰ ਇੰਨੀ ਕੁ ਆਜ਼ਾਦੀ ਦੇ ਦਿੱਤੀ ਗਈ ਵੀ ਤੁਸੀਂ ਇਹ ਗੱਲ ਕਹਿ ਸਕਦੇ ਹੋ। ਅੱਜ ਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ। ਹਾਂ, ਅੰਨੀ ਕਹਿਣ ਦਾ ਅਲਾਉ ਹੀ ਨਹੀਂ ਹੈਗਾ। ਤੁਸੀਂ ਦੇਖੋ ਇੱਥੇ ਮਤਲਬ ਚਲੋ ਹੁਣ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਆਪਣੇ ਵਿਊਜ਼ ਐਕਸਪ੍ਰੈਸ ਕਰਨ ਦੀ ਆਜ਼ਾਦੀ ਹੈ ਨਾ। ਪਰ ਸਰਕਾਰਾਂ ਨੂੰ, ਇਹ ਲੋਕਾਂ ਦੀ ਸਰਕਾਰ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਉਹਨੂੰ ਕ੍ਰਿਟੀਸਾਈਜ਼ ਕਰਨ ਦਾ, ਜੇ ਉਹ ਕਿਤੇ ਗਲਤ ਕਰ ਰਹੀ ਹੈ ਉਹਨੂੰ ਕਹਿਣ ਦਾ ਲੋਕਾਂ ਦਾ ਹੱਕ ਹੈ ਇਹ। ਕਿਉਂਕਿ ਉਹ ਵੋਟਾਂ ਪਾ ਕੇ ਚੁਣਦੇ ਨੇ ਤੇ ਲੋਕਾਂ ਦੀ ਜਿਹੜੀ ਟੈਕਸ ਪੇਅਰ ਦੀ ਮਨੀ ਹੈ ਉਹਦੇ ਨਾਲ ਸਾਰੀਆਂ ਸਰਕਾਰਾਂ ਚੱਲਦੀਆਂ ਨੇ। ਤੇ ਉਹ ਉਹਨਾਂ ਨੇ ਵੱਖਰਾ ਹੀ ਕਰ ਦਿੱਤਾ ਹੈ, ਤੁਸੀਂ ਸਰਕਾਰ ਦੇ ਖਿਲਾਫ ਬੋਲੋ ਸਹੀ, ਉਹਨੂੰ ਮੁਲਕ ਦੇ ਖਿਲਾਫ ਮੰਨ ਲਿਆ ਜਾਂਦਾ ਹੈ ਨਾ। UAPA ਜੋ ਵੀ ਲਾਇਆ ਹੋਇਆ ਹੈ ਉਹ ਸਾਰੇ ਕਾਨੂੰਨ ਇਸ ਤਹਿਤ ਨੇ ਵੀ ਨਹੀਂ ਜੀ ਤੁਸੀਂ ਸਰਕਾਰ ਦੇ ਖਿਲਾਫ ਬੋਲਦੇ ਹੋ, BJP ਦੇ ਖਿਲਾਫ ਬੋਲਦੇ ਹੋ, ਮੌਜੂਦਾ ਸਰਕਾਰ ਦੇ ਖਿਲਾਫ ਬੋਲਦੇ, ਇਟ ਮੀਨਸ ਤੁਸੀਂ ਮੁਲਕ ਦੇ ਖਿਲਾਫ ਬੋਲ ਰਹੇ ਹੋ। ਹਾਲਾਂਕਿ ਉਹ ਮੁਲਕ ਦੇ ਖਿਲਾਫ ਨਹੀਂ ਬੋਲ ਰਹੇ, ਉਹ ਆਪਣੇ ਲੋਕਾਂ ਦੇ ਵਿਰੁੱਧ ਆਵਾਜ਼ ਉਠਾ ਰਹੇ ਨੇ। ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਭਾਰਤ 'ਚ ਇਸ ਵੇਲੇ ਜਿਹੜੀ ਇਹ ਰਾਈਟ ਐਕਸਟ੍ਰੀਮਿਜ਼ਮ ਚੱਲ ਰਿਹਾ, ਜਿਹੜੀ ਜਿਹਨੂੰ ਫਾਸ਼ੀਵਾਦੀ ਸਰਕਾਰ ਕਹਿ ਸਕਦੇ ਆ, ਉਹਨਾਂ ਦਾ ਤੇ ਦੌਰ ਚੱਲ ਹੀ ਰਿਹਾ। ਪਰ ਨਾਲ ਦੀ ਨਾਲ ਧਰਮਾਂ ਦਾ ਕੱਟੜਪਣਾ, ਆਪਾਂ ਸਿੱਖ ਧਰਮ ਦੀ ਗੱਲ ਕਰ ਲਈਏ ਕਿਉਂਕਿ ਸਿੱਖ ਧਰਮ ਦੀ ਗੱਲ ਕਰ ਰਹੇ ਹਾਂ ਹੁਣ। ਜਿੱਦਾਂ ਸਾਡੇ ਸਤਿਕਾਰ ਕਮੇਟੀਆਂ ਦੇ ਨਾਂ ਥੱਲੇ ਜਾਂ ਸਿੱਖ ਧਰਮ 'ਚ ਇਹੋ ਜਿਹਾ ਕੱਟੜਪਣ ਜਿਹੜਾ ਗੁਰੂ ਸਾਹਿਬਾਂ ਦੀ ਫਿਲਾਸਫੀ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਨਹੀਂ, ਬਿਲਕੁਲ ਮੇਲ ਨਹੀਂ ਖਾਂਦਾ। ਦੇਖੋ ਹੁਣ ਗੁਰੂ ਨਾਨਕ ਕਹਿੰਦੇ ਨੇ
ਵੀ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਨਾਨਕ ਨਾਉ ਖੁਦਾਈ ਕਾ ਦਿਲ ਹੱਛਾ ਮੁਖ ਲੈ, ਅਵਰ ਦਿਵਾਜੇ ਦੁਨ ਕੇ ਝੂਠੇ ਅਮਲ ਕਰੇ। ਵੀ ਤੁਸੀਂ ਖੁਦਾ ਦਾ ਨਾਂ ਤਾਂ ਲੈਂਦੇ ਹੋ, ਉਹਦਾ ਲੈਣ ਦਾ ਤਾਂ ਫਾਇਦਾ ਜੇ ਤੁਸੀਂ ਤੁਹਾਡੇ ਦਿਲ ਅੰਦਰੋਂ ਸਾਫ਼ ਹੈ। ਜੇ ਦਿਲ ਸਾਫ਼ ਨਹੀਂ ਹੈਗਾ, ਦਿਲ ਦੇ ਵਿੱਚ ਮੈਲ ਹੈ, ਤੁਹਾਡੇ ਦਿਲ ਦੇ ਵਿੱਚ ਤੁਹਾਡੇ ਹੰਕਾਰ ਹੈ, ਦਿਲ ਦੇ ਵਿੱਚ ਝੂਠ ਤੁਹਾਡੇ ਭਰਿਆ ਹੋਇਆ, ਤੁਸੀਂ ਮੂੰਹ ਨੂੰ ਸੁੱਚਾ ਕਰਕੇ ਜਿੰਨਾ ਮਰਜ਼ੀ ਰੱਬ ਦਾ, ਖੁਦਾ ਦਾ, ਰਾਮ ਦਾ ਨਾਮ ਲਈ ਜਾਓ, ਇਹ ਸੱਚਾ ਨਹੀਂ ਹੋਣਾ। ਕਿਉਂਕਿ ਇਹ ਤਾਂ ਫੇਰ ਕੀ ਕਹਿੰਦੇ ਨੇ, ਝੂਠੇ ਤੁਸੀਂ ਅਮਲ ਤੁਹਾਡੇ ਝੂਠੇ ਨੇ, ਤੇ ਦੁਨੀਆ ਦੇ ਦਿਖਾਵੇ ਲਈ ਤੁਸੀਂ ਧਰਮ ਨੂੰ ਇਹ ਵਰਤਦੇ ਹੋ। ਇਹ ਕੁਛ ਹੋ ਰਿਹਾ। ਉਹ ਭਾਵੇਂ ਸਿੱਖ ਧਰਮ ਦੇ ਵਿੱਚ ਕਰ ਰਹੇ ਆ। ਹੁਣ 1.5 ਕਰੋੜ ਦੀਆਂ ਕਲਗੀਆਂ ਬਣਾ ਕੇ ਅਸੀਂ 2-2 3-3 ਕਿਲੋ ਸੋਨਾ, ਬੀਬੀਆਂ ਕੋਈ ਕਹਿੰਦੇ ਆਉਂਦੀ ਆ ਹਰ ਸਾਲ ਉਹ 2.5 ਕਿਲੋ ਪਤਾ ਨਹੀਂ ਕਿੰਨਾ ਸੋਨਾ ਦੇ ਕੇ। ਮੈਂ ਤਾਂ ਖਬਰਾਂ ਪੜ੍ਹ ਕੇ ਮੈਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ ਤੇ ਅਸੀਂ ਕਰ ਕੀ ਰਹੇ ਹਾਂ। ਇਹ ਇਕੱਲਾ ਹਿੰਦੂ ਧਰਮ ਤੇ ਜਾਂ ਇਸਲਾਮ ਤੇ ਹੀ ਨਹੀਂ ਲਾਗੂ ਹੁੰਦਾ, ਇਹ ਸਾਡੇ ਤੇ ਵੀ ਓਨਾ ਹੀ ਲਾਗੂ ਹੁੰਦਾ। ਤੇ ਭਾਈ ਗੁਰਦਾਸ ਦੀਆਂ 17 ਜਿਹੜੀਆਂ ਤੁਸੀਂ ਪਹਿਲਾਂ ਪੜ੍ਹੀਆਂ ਨਾ, ਕਿ ਜਿੱਦਾਂ ਪੁਜਾਰੀ ਜਿਹੜੇ ਸੀ ਬ੍ਰਾਹਮਣ, ਉਦੋਂ ਕਿਉਂਕਿ ਬ੍ਰਾਹਮਣ ਸੀ, ਬ੍ਰਾਹਮਣ ਉਹਨਾਂ ਦੇ ਟਾਰਗੇਟ ਦੇ ਨਿਸ਼ਾਨੇ ਤੇ ਆ ਗਏ। ਤੇ ਜੇ ਭਾਈ ਗੁਰਦਾਸ ਜੀ ਅੱਜ ਹੋਣ ਜਾਂ ਗੁਰੂ ਨਾਨਕ ਸਾਹਿਬ ਅੱਜ ਹੁੰਦੇ, ਤੇ ਸਿੱਖ ਧਰਮ ਦੇ ਜਿਹੜੇ ਪੁਜਾਰੀ ਆ ਇਹ ਵੀ ਉਸੇ ਸ਼੍ਰੇਣੀ ਦਾ ਹਿੱਸਾ ਹੋਵੇ। ਉਸੇ ਸ਼੍ਰੇਣੀ ਦਾ ਹਿੱਸਾ ਨੇ। ਹੁਣ ਅਸੀਂ ਆਪਣੇ SGPC ਦੇ ਪ੍ਰਧਾਨ ਨੂੰ ਦੇਖ ਲਈਏ, ਅਕਾਲ ਤਖਤ ਦੇ ਜਥੇਦਾਰ ਨੂੰ, ਜਾਂ ਹੋਰ ਵੀ ਜੋ ਵੀ ਹੈਗੇ ਸਾਰੇ, ਉਹ ਬੈਠੇ ਤਾਂ ਪੋਜੀਸ਼ਨਾਂ ਦੇ ਉੱਤੇ ਨੇ ਤੇ ਧਰਮ ਦੀ ਸੰਭਾਲ ਦੇ ਵਾਸਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ, ਲੋਕਾਂ ਨੂੰ ਗਾਈਡ ਕਰਨ ਲਈ, ਲੋਕਾਂ ਦੇ ਸਹੀ ਫੈਸਲੇ ਕਰਨ ਦੇ ਲਈ, ਤੇ ਉਹ ਪ੍ਰਚਾਰ ਸਾਰਾ ਕਰ ਰਹੇ ਨੇ। ਅਕਾਲੀ ਦਲ ਦਾ ਰਾਜਨੀਤੀ ਦਾ ਪ੍ਰਚਾਰ ਕਰਨੇ। ਇਹ ਧਰਮ ਹੈ ਜਿਹੜੇ ਨੂੰ ਰਾਜਨੀਤੀ ਤੋਂ ਉੱਤੇ ਉੱਠਿਆ ਹੋਇਆ ਹੋਣਾ ਚਾਹੀਦਾ। ਉਹ ਗਾਈਡ ਕਰ ਸਕਦਾ ਰਾਜਨੀਤੀ ਨੂੰ, ਪਰ ਰਾਜਨੀਤੀ ਵਾਸਤੇ ਧਰਮ ਨੂੰ ਵਰਤਣਾ ਇਹ ਗਲਤ ਹੈ। ਇਹ ਉਦੋਂ ਵੀ ਗਲਤੀ ਹੈ, ਇਹ ਹੁਣ ਵੀ ਗਲਤ ਹੈ, ਤੇ ਹਮੇਸ਼ਾ ਇਹ ਗਲਤ ਰਹੂਗਾ। ਕਿਉਂਕਿ ਗੁਰੂ ਨਾਨਕ ਤਾਂ ਜਿੰਨੀ ਵੀ ਗੱਲ ਕਰਦੇ ਨੇ, ਉਹ ਮਨੁੱਖ ਦੇ ਹੱਕਾਂ ਦੀ ਗੱਲ ਕਰਦੇ ਨੇ, ਉਹ ਮਾਨਵਤਾ ਦੀ ਗੱਲ ਕਰਦੇ ਨੇ। ਜਿਵੇਂ ਉਹੀ ਆਪਣਾ ਮੈਨੂੰ ਨਾ ਭਾਈ ਗੁਰੂ ਨਾਨਕ ਸਾਹਿਬ ਦੀਆਂ 12 ਵੈਸੇ ਸਾਰੀ ਉਹ ਬਾਣੀ ਬਹੁਤ ਅੱਛੀ ਹੈ, ਪਰ ਜਿਹੜੇ ਮਨੁੱਖਤਾ ਨੂੰ ਰਾਹ ਦਿਖਾਉਣਾ ਜਾਂ ਧਰਮ ਦੀ ਗੱਲ ਕਰਨੀ ਹੈ, ਉਹਦੇ ਵਿੱਚ ਮੈਨੂੰ ਚਾਹੇ ਉਹ ਮਾਝ ਕੀ ਵਾਰ ਹੈ, ਚਾਹੇ ਵਾਰ ਆਸਾ ਕੀ ਹੈ ਗੁਰੂ ਨਾਨਕ ਸਾਹਿਬ ਦੀ, ਮੈਨੂੰ 12 ਬਹੁਤ ਚੰਗੀਆਂ ਲੱਗਦੀਆਂ। ਉਹਨਾਂ ਨੇ ਸ਼ਲੋਕਾਂ ਦੇ ਵਿੱਚ ਵੀ, ਪੌੜੀਆਂ ਦੇ ਵਿੱਚ ਵੀ ਇੰਨੀਆਂ ਮਤਲਬ ਫਾਈਨੈਸਟ ਗੱਲਾਂ ਕੀਤੀਆਂ ਨੇ ਹਿਊਮਨ ਰਾਈਟਸ ਦੇ ਵਾਸਤੇ, ਮਨੁੱਖੀ ਹੱਕਾਂ ਦੇ ਵਾਸਤੇ, ਮਨੁੱਖੀ ਸੇਵਾ ਦੇ ਵਾਸਤੇ, ਕਿ ਬੰਦੇ ਨੂੰ ਸੱਚਾਈ ਦੇ ਉੱਤੇ ਕਿਵੇਂ ਚੱਲਣਾ ਚਾਹੀਦਾ। ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਉਹ, ਹੈ ਨਾ। ਹੁਣ ਹੱਕ ਦੀ ਅਸੀਂ ਗੱਲ ਕਰਦੇ ਹਾਂ, ਗੁਰੂ ਨਾਨਕ ਆਪ ਕਹਿੰਦੇ ਨੇ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਜੇ ਤੁਸੀਂ ਦੂਸਰਿਆਂ ਦਾ ਹੱਕ ਖਾਂਦੇ ਹੋ, ਉਹ ਤੁਹਾਨੂੰ ਜਿਵੇਂ ਹਿੰਦੂ ਦੇ ਵਾਸਤੇ ਗਾਂ ਖਾਣ ਦੇ ਬਰਾਬਰ ਹੈ, ਤੇ ਮੁਸਲਮਾਨ ਦੇ ਵਾਸਤੇ ਸੂਰ ਦੇ ਬਰਾਬਰ ਹੈ। ਕਿਉਂਕਿ ਦੋਨਾਂ ਨੂੰ ਇਹ ਆਣ ਮੰਨੀ ਜਾਂਦੀ ਹੈ, ਇਹ ਧਾਰਮਿਕ ਅਵਗਿਆ ਮੰਨੀ ਜਾਂਦੀ ਹੈ ਦੋਵਾਂ ਧਰਮਾਂ ਦੇ ਵਿੱਚ। ਅੱਗੋਂ ਫਿਰ ਉਹ ਕਹਿੰਦੇ ਨੇ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਮੁਰਦਾਰ ਉਹ ਕਹਿੰਦੇ ਨੇ ਹਰਾਮ ਦੀ ਕਮਾਈ ਨੂੰ। ਵੀ ਚਾਹੇ ਕੋਈ ਗੁਰੂ ਹੈ ਤੁਹਾਡਾ, ਚਾਹੇ ਪੀਰ ਹੈ, ਹਿੰਦੂਆਂ ਦੇ ਵਿੱਚ ਗੁਰੂ ਹੁੰਦਾ ਤੇ ਮੁਸਲਮਾਨਾਂ ਦੇ ਵਿੱਚ ਪੀਰ ਹੁੰਦਾ, ਉਹ ਤੁਹਾਡੀ ਹਾਮੀ ਤਾਂ ਭਰੂਗਾ, ਤੁਹਾਡੀ ਗਵਾਹੀ ਤਾਂ ਦੇਊਗਾ ਜੇ ਤੁਸੀਂ ਹਰਾਮ ਦਾ ਨਹੀਂ ਖਾਂਦੇ। ਤਾਂ ਕਹਿੰਦੇ ਵੀ ਮਸਾਲੇ ਪਾ ਦੋਗੇ ਵਿੱਚ, ਉਹਦੇ ਵਿੱਚ ਉਹ ਫਿਰ ਹਰਾਮ ਹੈ ਜਿਹੜਾ ਹਲਾਲ ਨਹੀਂ ਬਣ ਜਾਣਾ। ਉਹ ਤੁਸੀਂ ਜੇ ਉਹਦੇ ਵਿੱਚੋਂ ਸਪੋਜ਼ ਕੀਤਾ ਆਪਾਂ ਹਰਾਮ ਦੀ ਕੋਈ ਕਮਾਈ ਕਰਦੇ, ਉਹਦੇ ਵਿੱਚੋਂ ਦਾਨ ਕਰਦੇ ਹਾਂ ਕਿਸੇ ਗੁਰਦੁਆਰੇ ਦੇ ਵਿੱਚ, ਮੰਦਿਰ ਦੇ ਵਿੱਚ, ਮਸਜਿਦ ਦੇ ਵਿੱਚ ਲਾਉਂਦੇ ਹਾਂ, ਜਾਂ ਕਿਸੇ ਨੂੰ ਰੋਟੀ ਖਿਲਾਉਂਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਨਾਲ ਸਾਡੀ ਕਮਾਈ ਹੈ ਜਿਹੜੀ ਉਹ ਹਲਾਲ ਬਣ ਜਾਣੀ ਹੈ। ਉਹਨੇ ਹਰਾਮ ਦੀ ਉਹ ਕਮਾਈ ਰਹਿਣਾ ਹੈ। ਇਸੇ ਕਰਕੇ ਉਹ ਬਾਰ-ਬਾਰ ਜਿਹੜੀ ਕਿਰਤ ਕਰਨ ਦੀ ਵੀ ਗੱਲ ਕਰਦੇ ਆ, ਜਾਂ ਜਿਹੜਾ ਮਾਡਲ ਉਹਨਾਂ ਨੇ ਸਾਨੂੰ ਕਰਤਾਰਪੁਰ ਸਾਹਿਬ ਦਿੱਤਾ, ਉਹ ਇਸੇ ਚੀਜ਼ ਦਾ ਦਿੱਤਾ। ਫਿਰ ਅੱਗੋਂ ਉਹ ਕਹਿੰਦੇ ਨੇ ਵੀ ਗੱਲਾਂ ਨਾਲ ਨਹੀਂ ਤੁਹਾਨੂੰ ਸਵਰਗ ਮਿਲਣਾ ਹੈਗਾ। ਬਹਿਸ਼ਤ ਕਹਿੰਦੇ ਨੇ ਇਸਲਾਮ ਦੇ ਵਿੱਚ, ਤੇ ਸਵਰਗ ਹੈਗਾ ਹਿੰਦੂਆਂ ਦੇ ਵਿੱਚ। ਗੱਲੀ ਭਿਸਤਨ ਜਾਈਏ ਛੁੱਟਾ ਸੱਚ ਕਮਾਏ। ਜਦ ਤੱਕ ਤੁਸੀਂ ਸੱਚ ਦੀ ਕਮਾਈ ਨਹੀਂ ਨਾ ਕਰਦੇ, ਫਿਰ ਗੱਲਾਂ ਨਾਲ ਨਹੀਂ ਪ੍ਰਾਪਤੀਆਂ ਹੋਣੀਆਂ ਹੈਗੀਆਂ। ਮਾਰਨ ਉਹ ਆਪਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਜੇ ਮਸਾਲੇ ਪਾਉਣ ਦੇ ਨਾਲ ਵੀ ਜਿਹੜਾ ਹਰਾਮ ਦਾ ਹੈਗਾ ਉਹ ਹਲਾਲ ਨਹੀਂ ਹੋ ਜਾਣਾ। ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਜੇ ਤੁਸੀਂ ਝੂਠ ਦੀ ਜਿਹੜੀ ਕਮਾਈ ਹੈ ਜਾਂ ਝੂਠ ਬੋਲਦੇ ਹੋ, ਉਹਦਾ ਨਤੀਜਾ ਝੂਠ ਵਿੱਚ ਹੀ ਨਿਕਲਣਾ, ਉਹਦਾ ਸੱਚ ਦੇ ਵਿੱਚ ਨਹੀਂ ਨਿਕਲਣਾ ਹੈਗਾ। ਸੋ ਗੁਰੂ ਨਾਨਕ ਨੇ ਤਾਂ ਸਾਨੂੰ ਬਹੁਤ ਰਸਤੇ ਦਿਖਾਏ ਨੇ। ਹੋਰ ਵੀ ਉਹ ਕਹਿੰਦੇ ਨੇ ਵੀ ਜੇ ਤਾਂ ਕੱਪੜਿਆਂ ਨੂੰ ਤੁਹਾਡੇ ਖੂਨ ਲੱਗ ਜਾਵੇ ਤਾਂ ਅਸੀਂ ਕਹਿੰਦੇ ਨਹੀਂ ਕੱਪੜੇ ਸਾਡੇ ਮੈਲੇ ਹੋ ਗਏ, ਪਰ ਜਦੋਂ ਤੁਸੀਂ ਇਨਸਾਨਾਂ ਦਾ ਲਹੂ ਪੀਂਦੇ ਹੋ, ਤੁਸੀਂ ਦੂਜਿਆਂ ਦਾ ਹੱਕ ਮਾਰਦੇ ਹੋ, ਫਿਰ ਤੁਹਾਡਾ ਹਿਰਦਾ ਜਿਹੜਾ ਉਹ ਕਿਵੇਂ ਪਵਿੱਤਰ ਹੋ ਜਾਊਗਾ। ਤੇ ਇਹ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਹੋਈਆਂ ਨੇ। ਹੁਣ ਜਦੋਂ ਜੋਗੀ ਵੀ ਪੁੱਛਦੇ ਨੇ, ਭਾਈ ਗੁਰਦਾਸ ਵੀ ਕਹਿੰਦੇ ਨੇ, ਤੇ ਉਹ ਗੁਰੂ ਨਾਨਕ ਸਾਹਿਬ ਦੇ ਸਿੱਧ ਗੋਸ਼ਟ ਦੇ ਵਿੱਚ ਵੀ ਲਿਖਿਆ ਹੋਇਆ ਇਹ। ਜਦੋਂ ਗੁਰੂ ਨਾਨਕ ਸਾਹਿਬ ਜਾਂਦੇ ਸਮੇਰ ਪਰਬਤ 'ਤੇ ਮਿਲਣ ਜੋਗੀਆਂ ਨੂੰ, ਤੇ ਜੋਗੀ ਉਹਨਾਂ ਨੂੰ ਪੁੱਛਣਦੇ ਨੇ
ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਕਿਉਂਕਿ ਆਪ ਤਾਂ ਦੁਨੀਆ ਤੋਂ ਪਾਸੇ ਹੋਏ ਬੈਠੇ ਨੇ। ਤੇ ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰ। ਵੀ ਮੈਂ ਤਾਂ ਦੇਖਣ ਲੱਗਿਆ ਕਿ ਸਾਰੇ ਪਾਸੇ ਝੂਠ ਦਾ ਹਨੇਰਾ ਜਿਹੜਾ ਉਹ ਫੈਲਿਆ ਹੋਇਆ, ਕਿ ਸੱਚ ਕਿੱਥੇ ਗਾ, ਸੱਚ ਦਾ ਚੰਦਰਮਾ ਕਿੱਥੇ ਹੈ, ਮੈਂ ਤਾਂ ਉਹਨੂੰ ਲੱਭਣ ਤੁਰਿਆ। ਫਿਰ ਉਹਨਾਂ ਨੂੰ ਵੀ ਕਹਿੰਦੇ ਨੇ ਸਿੱਧ ਛੱਪ ਬੈਠੇ ਪਰਵਤੀ, ਕੌਣ ਜਗਤ ਕੋ ਪਾਰ ਉਤਾਰਾ। ਬੜੇ ਉਹ ਸੰਖੇਪ ਦੇ ਵਿੱਚ ਭਾਈ ਗੁਰਦਾਸ ਨੇ ਇੰਨੀਆਂ ਵਧੀਆ ਗੱਲਾਂ ਕੀਤੀਆਂ, ਗੁਰੂ ਨਾਨਕ ਸਾਹਿਬ ਦੇ ਵਿਚਾਰ ਨੂੰ ਦੱਸਿਆ ਹੋਇਆ ਵੀ ਜਦ ਤੁਸੀਂ ਜੋਗੀਆਂ ਨੂੰ ਮੰਨਿਆ ਜਾਂਦਾ ਗਿਆਨੀ, ਤੇ ਵੀ ਗਿਆਨ ਧਿਆਨ ਉਹਨਾਂ ਦੇ ਕੋਲ ਹੈ, ਭਗਤੀ ਵੀ ਹੈ ਉਹਨਾਂ ਕੋਲ, ਗਿਆਨ ਵੀ ਹੈ, ਧਿਆਨ ਵੀ ਹੈ, ਸਾਰਾ ਕੁਛ ਹੈ। ਤੇ ਉਹਨਾਂ ਲੋਕਾਂ ਨੇ ਜਿਹੜੇ ਬੁੱਧੀਜੀਵੀ ਕਹਿ ਲਈਏ ਆਪਾਂ ਨੂੰ, ਜਾਂ ਜਿਹੜੇ ਗਿਆਨਵਾਨ ਲੋਕ ਨੇ, ਉਹਨਾਂ ਨੇ ਸੰਸਾਰ ਨੂੰ ਗਾਈਡ ਕਰ ਰਾਧ ਸੇਰੇ ਨੇ ਉਹ, ਰਾਧ ਸੇਰੇ ਨੇ ਉਹ। ਤੇ ਉਹ ਕਹਿੰਦੇ ਜਦੋਂ ਉਹ ਤੁਸੀਂ ਸੁਸਾਇਟੀ ਤੋਂ ਪਾਸੇ ਹੋ ਕੇ ਬਹਿ ਜਾਓ ਪਰਬਤਾਂ ਦੇ ਉੱਤੇ, ਤੁਸੀਂ ਛਿਪਕੇ ਬਹਿ ਗਏ, ਤੇ ਜਗਤ ਦਾ ਪਾਰੋਤਾਰਾ ਕੌਣ ਕਰੂਗਾ, ਕਿਹੜਾ ਕੌਣ ਹੈ ਜਿਹੜਾ ਉਹਨਾਂ ਨੂੰ ਰਾਹ। ਤਾਂ ਹੀ ਤੇ ਮੇਰੇ ਖਿਆਲ ਡਾਕਟਰ ਸਾਹਿਬ ਗ੍ਰਸਥ ਧਰਮ ਜਿਹੜਾ ਸਿੱਖ ਧਰਮ ਨੇ ਅਡਾਪਟ ਕੀਤਾ ਕਿ ਦੁਨੀਆ ਨਾਲੋਂ ਟੁੱਟ ਕੇ ਤੁਸੀਂ ਨਾ ਤੇ ਰੱਬ ਦੇ ਵਿੱਚ ਪ੍ਰਾਪਤ ਨਹੀਂ ਕਰ ਸਕਦੇ, ਰੱਬ ਦੇ ਨੇੜੇ ਨਹੀਂ ਜਾ ਸਕਦੇ। ਫਿਰ ਪਰ ਡਾਕਟਰ ਸਾਹਿਬ ਹੁਣ ਤੇ ਜਿਹੜੀ ਆ ਤੁਸੀਂ ਇੱਕ ਸ਼ਬਦ ਵਰਤਿਆ ਸੀ ਬ੍ਰਹਮਮ ਕੇ ਕੀ ਸ਼ਬਦ ਵਰਤਿਆ ਸੀਗਾ, ਇਦਾਂ ਦਾ ਮੈਂ ਵੇਖਦਾ ਵਾਂ ਸਾਡੇ ਧਰਮ ਦੇ ਵਿੱਚ ਵੀ ਕੁਝ ਲੋਕ ਇਸ ਤਰ੍ਹਾਂ ਦੇ ਹੈਗੇ ਜਿੱਦਾਂ ਉਹ ਹੁੰਦੇ ਸੰਤ ਨੇ ਤੇ ਉਹ ਕਹਿੰਦੇ ਜੀ ਅਸੀਂ ਵਿਆਹ ਨਹੀਂ ਕਰਾਇਆ ਸਾਰੀ ਉਮਰ, ਔਰ ਬਹੁਤ ਸਾਰੀਆਂ ਜਿਹੜੀਆਂ ਪ੍ਰਥਾ ਚੱਲ ਪਈਆਂ। ਨਹੀਂ, ਮੈਂ ਅੱਗੇ ਵੀ ਕਹਿੰਦੇ ਇਸੇ ਕਰਕੇ ਤਾਂ ਡੇਰਾਵਾਦ ਹੈ ਜਿਹੜਾ ਉਹ ਅਕੋਰਡਿੰਗ ਟੂ ਸਿੱਖ ਨਹੀਂ ਹੈਗਾ। ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਸਰਾ ਲੈ ਕੇ ਹੀ ਪ੍ਰਚਾਰ ਕਰਦੇ, ਪਰ ਪ੍ਰਚਾਰ ਤਾਂ ਉਹ ਆਪਣੇ ਹੌਂ ਦਾ ਕਰਦੇ ਨੇ, ਆਪਣੇ ਆਪ ਦਾ ਕਰਦੇ ਨੇ। ਹਰੇਕ ਨੇ ਆਪਣੀਆਂ ਮਤਲਬ ਡਰੈਸ ਕੋਡ ਕਹਿ ਲਈਏ ਉਹਨਾਂ ਨੂੰ ਉਹ ਦੱਸੇ ਹੋਏ ਨੇ, ਹਰੇਕ ਨੇ ਆਹ ਤੁਸੀਂ ਮੰਤਰ ਪੜ੍ਹਨਾ, ਬਾਣੀ ਨੂੰ ਮੰਤਰ ਬਣਾ ਕੇ ਦੱਸਿਆ ਹੋਇਆ, ਕੰਨ 'ਚ ਫੂਕਾਂ ਮਾਰਦੇ ਨੇ। ਤੁਸੀਂ ਆਪਣੀਆਂ ਅਰਦਾਸਾਂ ਵੀ ਬਦਲੀਆਂ ਹੋਈਆਂ, ਰੋਹ ਰੀਤ ਵੀ ਬਦਲੀ ਹੋਈ ਹੈ, ਸਾਰੇ ਕੋਈ ਮਰਿਆਦਾ ਹਰ ਇੱਕ ਦੀ ਆਪਣੀ ਆਪਣੀ ਹੈ। ਤੇ ਡੇਰੇ ਨੇ ਜਿਹੜੇ ਉਹ ਇਸ ਕਰਕੇ ਮੈਂ ਨਹੀਂ ਮੰਨਦੀ ਕਿ ਉਹ ਸਿੱਖੀ ਦੇ ਮੁਤਾਬਕ ਹੀ ਨੇ, ਤੇ ਇਹ ਸਗੋਂ ਡੇਰਾਵਾਦ ਹੈ ਜਿਹੜਾ ਇਹਨਾਂ ਨੇ ਤਾਂ ਆਪਣੇ ਆਪਣੇ ਮਗਰ ਲਾ ਕੇ ਸਗੋਂ ਸਿੱਖ ਸਮਾਜ ਦਾ ਨੁਕਸਾਨ ਕੀਤਾ, ਫਾਇਦਾ ਨਹੀਂ ਕੀਤਾ ਜੀ, ਹੈ ਨਾ। ਆਪਸ ਵਿੱਚ ਵੀ ਲੜ ਰਹੇ ਨੇ, ਲੋਕਾਂ ਨੂੰ ਵੀ ਲੜਾ ਰਹੇ ਨੇ, ਵੰਡੀਆਂ ਪਾ ਰਹੇ ਨੇ। ਆ ਜਿਹੜੀ ਪੋਲਿਟਿਕਸ ਡੇਰਾਵਾਦਾਂ ਵੱਲ ਕਿਉਂ ਭੱਜੀ ਜਾਂਦੀ ਹੈ, ਡੇਰਿਆਂ ਵੱਲ, ਉਹ ਇਸੇ ਕਰਕੇ ਜਾਂਦੀ ਹੈ ਵੀ ਇਹਨਾਂ ਦੇ ਫਾਲੋਅਰਸ ਨੇ, ਬਜਵਾਂ ਵੋਟ ਬੈਂਕ ਦਿਖਦਾ ਉਹਨਾਂ ਨੂੰ, ਲੱਗਦਾ ਕਿ ਇੱਕ ਬਾਬੇ ਦੇ ਮੂੰਹ ਹਿੱਲਣ ਨਾਲ 1 ਲੱਖ ਵੋਟ ਸਾਨੂੰ ਪੈ ਜਾਣੀ ਆ, ਤੇ ਉਸ ਕਰਕੇ ਉਹ ਫਿਰ ਜੋ ਮਰਜ਼ੀ ਉਹਦਾ ਅਸੀਂ ਪੁੱਠੇ ਸਿੱਧੇ ਜੋ ਵੀ ਕੰਮ ਨੇ, ਚਾਹੇ ਸਿੱਖੀ ਦੇ ਮੁਤਾਬਕ ਨੇ ਚਾਹੇ ਨਹੀਂ ਹੈਗੇ, ਉਹ ਕਰੀ ਜਾਈਏ ਅਸੀਂ, ਹੈ ਨਾ। ਅੱਛਾ ਡਾਕਟਰ ਸਾਹਿਬ, ਆਪਾਂ ਸਿਆਸਤਦਾਨਾਂ ਬਾਰੇ ਤੇ ਬਹੁਤ ਆਪਾਂ ਕ੍ਰਿਟਿਸਾਈਜ਼ ਕਰਦੇ ਹਾਂ, ਪਰ ਜਦੋਂ ਆਮ ਮਨੁੱਖ ਦੀ ਗੱਲ ਆਉਂਦੀ ਹੈ, ਅਸੀਂ ਆਮ ਜਿਹੜਾ ਸਮਾਜ ਹੈ ਸਾਡਾ ਸਿਸਟਮ, ਜਿੱਦਾਂ ਹੁਣ ਢਲ ਗਏ ਅਸੀਂ ਸਾਰੇ ਉਸ ਸਿਸਟਮ ਦੇ ਵਿੱਚ, ਆਮ ਵਿਅਕਤੀ ਵੀ ਤਾਂ ਸਿੱਖੀਜ਼ਮ ਦੀ ਬੇਸਿਕ ਫਿਲਾਸਫੀ ਨੂੰ ਪੜ੍ਹਦਾ ਸੁਣਦਾ ਨਹੀਂ ਤੇ ਦੂਰ ਹੈ। ਅਸੀਂ ਜਿਹੜਾ ਪਖੰਡਵਾਦ ਹੈ, ਪਾਠ ਕਰਾ ਲਏ, ਅਰਦਾਸਾਂ ਕਰਾ ਲੀਆਂ, ਸ਼ੋਅ ਕਰਦਾ ਕਿ ਅਸੀਂ ਨਗਰ ਕੀਰਤਨ ਕੱਢ ਲਏ, ਬੜਾ ਕੁਝ ਢੋਲ ਢਮੱਕਿਆਂ ਨਾਲ ਦੀਵੇ ਜਗਾ ਕੇ ਪਟਾਕੇ ਚਲਾ ਕੇ ਗੁਰੂ ਸਾਹਿਬ ਦਾ ਦਿਲ ਮਨਾ ਲੈਣਾ। ਦਿਖਾਵਤ ਸਿੱਖ ਧਰਮ ਦਾ ਹਿੱਸਾ ਨਹੀਂ ਹੈ। ਤੇ ਦਰਬਾਰ ਸਾਹਿਬ 'ਚ ਵੇਖੋ ਹੁਣ ਕੀ ਹੋ ਰਿਹਾ, ਉੱਥੇ ਕੀ ਹੋ ਰਿਹਾ, ਲੱਖਾਂ ਰੁਪਈਆ ਦੇ ਇੱਕ ਦਿਨ ਦੇ ਵਿੱਚ ਲੋਕਾਂ ਨੂੰ ਜਾਣੀ ਅਟਰੈਕਸ਼ਨ ਦਾ, ਜਾਂ ਉਹਨਾਂ ਨੂੰ ਕਹਿ ਲਓ ਵੀ ਭੁਲੇਖੇ ਵਿੱਚ ਪਾਈ ਰੱਖਣ ਦਾ ਹੀ ਹੈ। ਇਹ ਵੀ ਇੱਕ ਰਸਤਾ ਹੈ ਨਾ। ਚਾਹੀਦਾ ਤਾਂ ਇਹ ਹੈ ਕਿ ਪਿੰਡ ਪਿੰਡ ਪ੍ਰਚਾਰਕ ਭੇਜੀਏ, ਲੋਕਾਂ ਨੂੰ ਦੱਸੀਏ। ਪਰ ਡਾਕਟਰ ਸਾਹਿਬ ਉਦੋਂ ਤੇ ਜੋਗੀ ਸੀ ਤੇ ਉਹ ਚੜ ਗਏ ਪਹਾੜਾਂ 'ਚ, ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਜਾ ਕੇ ਕਿਹਾ ਭਲੇ ਲੋਕੋ ਤੁਸੀਂ ਕੀ ਕਰ ਰਹੇ ਹੋ, ਲੋਕਾਂ ਨੂੰ ਕੌਣ ਦੱਸੋ। ਤੇ ਅੱਜ ਕੌਣ ਸੁਸਾਇਟੀ 'ਚੋਂ ਉੱਠੇ ਜਿਹੜਾ ਆਪਣੇ ਰਹਿਬਰਾਂ ਨੂੰ ਇਹ ਕਵੇ ਭਾਈ ਕਿੱਧਰ ਤੁਰ ਪਏ, ਕਿੱਧਰ। ਹਾਂ ਉਹ ਨਹੀਂ, ਉਹ ਤੇ ਆਪ ਤੁਰੇ ਹੋਏ ਨੇ, ਉਹ ਸ਼ਹਿ ਦਿੰਦੇ ਨੇ। ਨਹੀਂ ਮੈਂ ਪੁੱਛਦਾ ਵੀ ਕੌਣ ਉੱਠੇ, ਕੌਣ ਵਿਅਕਤੀ ਉੱਠਣ, ਮਤਲਬ ਹੁਣ ਇਸ ਸਿਸਟਮ ਦੇ ਵਿੱਚ। ਪਤਾ ਨਹੀਂ ਹੁਣ ਲੋਕੀ ਉਦੋਂ ਤਾਂ ਆਪਾਂ ਡੈਮੋਕ੍ਰੇਸੀ ਜਿਹੜੀ ਆ ਉਹਨੂੰ ਮਾਡਰਨ ਕਿਤੇ ਵੀ ਟੈਕਨੀਕ ਸਮਝਦੇ ਆ, ਤੇ ਸਮਝਦੇ ਕਿ ਉਹਦੇ ਵਿੱਚ ਆਮ ਬੰਦੇ ਦੀ ਸੁਣਵਾਈ ਆ, ਤੇ ਨਾ ਧਰਮ ਦੇ ਵਿੱਚ ਕੋਈ ਡੈਮੋਕ੍ਰੇਸੀ ਆ ਕਿ ਬੰਦੇ ਦੀ ਸੁਣਵਾਈ ਆ, ਨਾ ਬਿਲਕੁਲ ਨਾ ਸਿਆਸਤ ਸੁਣਵਾਈ ਆ। ਇਹ ਧਰਮ ਨੇ ਜਿਹੜੇ ਉਹ ਵੀ ਮੱਠਧਾਰੀ ਹੋ ਗਏ ਹੋਏ ਨੇ, ਤਾਂ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਿਹੜੇ ਉੱਥੇ ਤੁਸੀਂ ਕਹਿ ਲਓ ਵੀ ਕਰਤਾ ਧਰਤਾ ਨੇ ਜਾਂ ਬੈਠੇ ਨੇ ਉਸ ਉਹਦੇ ਉੱਤੇ, ਹੈ ਨਾ। ਤੇ ਸੇਮ ਹਾਲ ਹੈ ਜਿਹੜਾ ਉਹ ਪੋਲਿਟਿਕਸ ਦੇ ਵਿੱਚ ਹੋਇਆ। ਅੱਛਾ ਡਾਕਟਰ ਸਾਹਿਬ, ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਭਗਵਾਨ ਨੇ ਗੀਤਾ 'ਚ ਕਿਹਾ ਆ ਕਿ ਜਦੋਂ ਵੀ ਧਰਤੀ ਤੇ ਕੋਈ ਅਨਰਥ ਹੁੰਦਾ ਆ, ਧਰਮ ਦੇ ਖਿਲਾਫ ਇਹੋ ਜਿਹੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ, ਤੇ ਮੈਂ ਖੁਦ ਧਰਤੀ ਤੇ ਆਉਣਾ, ਯਾਨੀ ਕਿ ਮੈਂ ਰੱਬ ਮਨੁੱਖ ਦਾ ਰੂਪ ਲੈ ਕੇ, ਕਦੀ ਕ੍ਰਿਸ਼ਨ ਦੇ ਰੂਪ 'ਚ, ਕਦੀ ਭਗਵਾਨ ਦੇ ਰੂਪ 'ਚ। ਬਹੁਤ ਸਾਰੇ ਤੇ ਸਿੱਖ ਵੀ ਇਹ ਗੱਲ ਨੂੰ ਮੰਨਦੇ ਕਿ ਗੁਰੂ ਨਾਨਕ ਸਾਹਿਬ, ਮੈਂ ਸੁਣਿਆ ਕਿ ਬਾਬਿਆਂ ਦੇ ਮੂੰਹੋਂ ਕਿ ਉਹਨਾਂ ਨੂੰ ਇੱਦਾਂ ਭੇਜਿਆ ਗਿਆ ਸੀ, ਗੁਰੂ ਗੋਬਿੰਦ ਸਿੰਘ ਨੂੰ, ਹਾਲਾਂਕਿ ਸਿੱਖੀ ਇਹ ਨਹੀਂ ਕਹਿੰਦੀ। ਪਰ ਕੀ ਜਿਹੜਾ ਹੁਣ ਤਾਣਾ ਬਾਣਾ ਜਿੰਨਾ ਉਲਝ ਗਿਆ, ਮੈਨੂੰ ਨਹੀਂ ਲੱਗਦਾ ਕਿ ਜਦੋਂ ਇਹ ਗੁਰੂ ਸਾਹਿਬ ਹੋਏ ਨੇ ਉਦੋਂ ਵੀ ਇਹਦੋਂ ਜ਼ਿਆਦਾ ਦਲਦਲ 'ਚ ਅਸੀਂ ਫਸੇ ਹੋਵਾਂਗੇ। ਉਦੋਂ ਤੇ ਸਾਡੇ ਪੈਗੰਬਰ ਆ ਗਏ ਸਾਨੂੰ ਬਾਹਰ ਕੱਢਣ ਲਈ,
ਤੇ ਹੁਣ ਕੀ ਕੋਈ ਮੌਜੂਦਾ ਸਮੇਂ ਦੇ ਵਿੱਚ ਕੋਈ ਐਸੇ ਪੈਗੰਬਰ ਗੁਰੂ ਨਾਨਕ ਪਾਤਸ਼ਾਹ ਵਰਗੇ ਲੋਕ ਜਾਂ ਕੋਈ ਐਸੇ ਲੋਕ ਆ ਸਕਦੇ ਆ? ਦੇਖੋ ਸਾਨੂੰ ਤਾਂ ਜੇ ਕੀ ਕਹਿੰਦੇ ਹੁੰਦੇ ਨੇ ਆਪਾਂ ਇਸ ਪਾਸੇ ਜਾਈਏ ਤਾਂ ਇਹ ਹੈ ਕਿ ਸਾਨੂੰ ਬਾਣੀ ਦੇ ਲੜ ਲਾਇਆ ਹੋਇਆ, ਬਾਣੀ ਦੇ ਵਿੱਚ ਸਭ ਕੁਝ ਪਿਆ। ਇਹ ਹੁਣ ਕੋਲੈਕਟਿਵ ਜਿਹੜੀ ਕੌਨਸ਼ੀਅਸਨੈਸ ਹੈ ਗੁਰੂ ਨਾਨਕ ਨੇ ਉਹਦੀ ਗੱਲ ਕੀਤੀ ਹੈ ਨਾ। ਇਸੇ ਕਰਕੇ ਪੰਜਾਂ ਵਿੱਚ ਪਰਮੇਸ਼ਰ ਜਾਂ ਪੰਜ ਪ੍ਰਧਾਨੀ ਸਿਸਟਮ ਸਾਨੂੰ ਦਿੱਤਾ ਹੈ ਕਿ ਕੋਲੈਕਟਿਵਲੀ ਲੋਕ ਇਸ ਨੂੰ ਸੋਚ ਸਕਦੇ ਨੇ। ਜਿਹੜਾ ਸਾਨੂੰ ਧਰਮ ਦਾ ਵੀ ਸਿਸਟਮ ਦਿੱਤਾ ਉਹਨਾਂ ਨੇ ਉਹ ਵੀ ਕੋਲੈਕਟਿਵ ਦਿੱਤਾ। ਕੋਈ ਆਈਸੋਲੇਸ਼ਨ ਦੇ ਵਿੱਚ ਜਾਂ ਇੰਡੀਵਿਜੂਅਲ ਲੈਵਲ ਤੇ ਵਿਅਕਤੀਗਤ ਰੂਪ ਦੇ ਵਿੱਚ ਸਾਨੂੰ ਕੋਈ ਨਾ ਭਗਤੀ ਕਰਨ ਦਾ ਕਿਹਾ, ਨਾ ਕੋਈ ਮਤਲਬ ਕੋਈ ਹੋਰ ਸਮਾਧੀ ਲਾਉਣ ਦੀ ਗੱਲ ਕੀਤੀ ਹੈ। ਇਸੇ ਕਰਕੇ ਕੋਈ ਮੜੀ ਮਸਾਨ ਨਹੀਂ ਪੂਜਣਾ, ਕਿਤੇ ਨਹੀਂ ਜਾਣਾ, ਸ਼ਬਦ ਦੇ ਲੜ ਲਾਇਆ। ਸ਼ਬਦ ਦੇ ਲੜ ਇਸੇ ਕਰਕੇ ਲੈ ਕੇ ਸ਼ਬਦ ਹੈ ਜਿਹੜਾ ਇਹ ਸਦੀਵੀ ਆ, ਇਹਨੇ ਹਮੇਸ਼ਾ ਰਹਿਣਾ ਹੈ। ਮਨੁੱਖ ਤਾਂ ਆਉਣੀ ਜਾਣੀ ਚੀਜ਼ ਹੈ। ਗੁਰੂ ਸਾਹਿਬ ਨੇ ਕਿਸੇ ਵੀ ਗੁਰੂ ਨੇ ਆਪਣਾ ਜਿਹੜੀ ਉਹਨਾਂ ਦੀ ਵਿਅਕਤੀਗਤ ਹੈਗਾ ਜਾਮਾ ਹੈਗਾ ਕਹਿ ਲਓ ਉਹਨੂੰ ਉਹਨਾਂ ਨੇ ਕਿਤੇ ਵੀ ਪ੍ਰਧਾਨਗੀ ਨਹੀਂ ਦਿੱਤੀ। ਆਪਣੇ ਬਾਰੇ ਕਿਤੇ ਵੀ ਕਿਸੇ ਗੁਰੂ ਨੇ ਇਸ ਕਿਸਮ ਨਾਲ ਕੋਈ ਆਪਣੇ ਬਾਰੇ ਸ਼ਬਦ ਨਹੀਂ ਲਿਖਿਆ, ਆਪਣੇ ਪਰਸਨ ਬਾਰੇ ਵੀ ਮੈਂ ਇਹੋ ਜਿਹਾ, ਮੈਂ ਆਹ ਕਰ ਦੂੰ, ਮੈਂ ਉਹ ਕਿਤੇ ਨਹੀਂ ਕਿਹਾ ਹੋਇਆ। ਉਹ ਸਗੋਂ ਕਹਿੰਦੇ ਨੇ ਵੀ ਮੈਂ ਜਿਹੜੀ ਹਉ ਹੈ ਇਹ ਤਾਂ ਵਿੱਚੋਂ ਮਾਈਨਸ ਹੋਣੀ ਚਾਹੀਦੀ ਹੈ। ਤੇ ਸ਼ਬਦ ਦੇ ਲੜ ਇਸੇ ਕਰਕੇ ਲਾਇਆ ਕਿ ਆ ਗਿਆਨ ਦਾ ਭੰਡਾਰ ਤੁਹਾਡੇ ਸਾਹਮਣੇ ਪਿਆ। ਨਹੀਂ ਵੈਸੇ ਮਨੁੱਖ ਦੀ ਪ੍ਰਵਿਰਤੀ ਹੈ ਨਾ ਡਾਕਟਰ ਸਾਹਿਬ ਇਹ ਕਿ ਜਿੱਦਾਂ ਸਿਆਸਤ 'ਚ ਕੋਈ ਗੰਦਾ ਹੁੰਦਾ ਤੇ ਅਸੀਂ ਉਸੇ ਵੇਲੇ ਡੀਕਣ ਲੱਗ ਜਾਂਦੇ ਆ ਭਗਤ ਸਿੰਘ ਵਰਗਾ ਕੋਈ ਆਵੇ ਯੋਧਾ ਜਿਹੜਾ ਆ ਕੇ ਆਵੇ ਤੇ ਉਹ ਸਾਨੂੰ ਇਹਨਾਂ ਦੁੱਖਾਂ ਤੋਂ ਨਿਜਾਤ ਦਵਾ ਦੇ। ਇਦਾਂ ਹੀ ਧਰਮ ਦੇ ਮਾਮਲੇ 'ਚ ਆ, ਜੋ ਧਰਮ ਦੇ ਵਿੱਚ ਵੀ ਕੌਡੇ ਰਾਖਸ਼ੀ ਬਹਿ ਗਏ ਸਾਰੇ ਪਾਸੇ ਤੇ ਆਮ ਸਧਾਰਨ। ਗੁਰੂ ਨਾਨਕ ਸਾਹਿਬ ਨੇ ਇਹ ਬੜਾ ਵਧੀਆ ਇਹਦੇ ਲਈ ਵੀ ਗਾਈਡ ਕੀਤਾ ਨਾ। ਜਦੋਂ ਸੋਮਨਾਥ ਦੇ ਮੰਦਿਰ ਦੇ ਨਾ ਬਾਬਰ ਹਮਲਾ ਕਰਦਾ ਤੇ ਕਿੰਨਾ ਉਹ ਸਾਰਾ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਬਾਬਰ ਬਾਣੀ ਜਿੱਤੀ, 2-3 ਸ਼ਬਦ ਉਹਨਾਂ ਨੇ ਇਸ ਸੰਬੰਧੀ ਬਾਬਰ ਦੇ ਹਮਲੇ ਸੰਬੰਧੀ ਰਚੇ ਹੋਏ ਨੇ। ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਹੋਇਆ ਵੀ ਹੁਣ ਬਾਬਰ ਨੇ ਹਮਲਾ ਕੀਤਾ ਤੇ ਤੁਸੀਂ ਇੰਨੇ ਪੀਰ ਤੇ ਆਏ, ਸੁਖਣਾ ਸੁਖੀਆਂ ਮੰਤਰ ਪੜ੍ਹੇ, ਨਾ ਕੋਈ ਪੀਰ ਉੱਠਿਆ ਤੁਹਾਨੂੰ ਬਚਾਉਣ ਦੇ ਲਈ, ਨਾ ਕੋਈ ਦੇਵਤਾ ਉੱਠਿਆ ਤੁਹਾਨੂੰ ਬਚਾਉਣ ਦੇ ਲਈ। ਇਹ ਮਨੁੱਖ ਨੇ ਆਪ ਕਰਨਾ ਤੇ ਆਪ ਕੀ ਕੋਲੈਕਟਿਵ ਹੋ ਕੇ ਕਰਨਾ। ਵੀ ਇੱਕ ਸਾਂਝੀ ਸਮਝ ਹੈ ਜਿਹੜੀ ਸਾਨੂੰ ਤਾਂ ਦਿੱਤੀ ਹੋਈ ਸਾਂਝੀ ਸਮਝ ਦਾ ਸਾਨੂੰ ਕਨਸੈਪਟ ਹੈ ਜਿਹੜਾ ਉਹ ਗੁਰੂ ਸਾਹਿਬ ਨੇ ਦਿੱਤਾ ਹੈ ਕਿ ਇੱਕ ਸਾਂਝੀ ਸਮਝ ਦੇ ਵਿੱਚ ਜਿਹੜੇ ਦਾਨੇਸ਼ਵਰ ਬੰਦੇ ਨੇ, ਜਿਹੜੇ ਸੋਚ ਸਕਦੇ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਤੇ ਇਹੋ ਜਿਹੀਆਂ ਜਿਹੜੀਆਂ ਕੁਰੀਤੀਆਂ ਫੈਲ ਗਈਆਂ ਹੋਈਆਂ ਨੇ, ਭਾਵੇਂ ਉਹ ਪੋਲਿਟਿਕਸ ਦੇ ਵਿੱਚ ਨੇ, ਚਾਹੇ ਸਮਾਜ ਦੇ ਵਿੱਚ ਨੇ, ਚਾਹੇ ਉਹ ਧਰਮ ਦੇ ਵਿੱਚ ਨੇ, ਉਹਨਾਂ ਦੇ ਲਈ ਇਹ ਸਾਨੂੰ ਜਿਹੜੀ ਹੈਗੀ ਆ ਸਾਂਝੇ ਇਕੱਠੇ ਹੋ ਕੇ ਇੱਕ ਸੰਮਤੀ ਬਣਾ ਕੇ ਇਹ ਅੱਗੇ ਤੁਰਨਾ ਚਾਹੀਦਾ। ਪਰ ਉਹ ਜਿਹੜਾ ਹੁਣ ਦਾ ਵਰਤਾਰਾ ਹੈ ਨਾ, ਮੈਂ ਜਿਹੜਾ ਸੋਚਦੀ ਹੁੰਦੀ ਹਾਂ ਉਹ ਇਹ ਹੈ ਵੀ ਹਰ ਕੋਈ ਕਹਿ ਦਿੰਦਾ ਵੀ ਸਾਨੂੰ ਕੀ ਹੈ ਨਾ, ਜਿਹੜਾ ਹੋ ਪਰੇ ਕਰ ਦਿੰਦੇ ਸੀ। ਹਾਂ ਬਿਲਕੁਲ ਵੀ ਹੋਊ ਪਰੇ, ਸਾਨੂੰ ਕੀ, ਅਸੀਂ ਕੀ ਕਰ ਸਕਦੇ ਹਾਂ, ਜਾਂ ਇਹ ਜ਼ਿਆਦਾ ਅਸੀਂ ਕੀ ਕਰ ਸਕਦੇ ਹਾਂ, ਕੁਛ ਨਹੀਂ ਕਰ ਸਕਦੇ। ਪਰ ਉਹ ਕਹਿੰਦੇ ਆ ਨਾ ਵੀ ਤੀਲਾ ਇਕੱਠਾ ਹੋ ਗਿਆ ਜਿਹੜਾ ਉਹ ਇੱਕ ਮਤਲਬ ਮੁੱਠ ਹੁੰਦੇ ਆ ਜਦੋਂ, ਤਾਂ ਉਹ ਇੱਕ ਸਟਰੈਂਥ ਬਣਦੀ ਆ ਉਹ। ਸੋ ਸਾਨੂੰ ਆਪ ਨੂੰ ਜਿੰਨੇ ਜੋਗੇ ਵੀ ਅਸੀਂ ਹੈਗੇ ਆ, ਸਾਨੂੰ ਕੋਲੈਕਟਿਵਲੀ ਇਸ ਕਿਸਮ ਦੀਆਂ ਐਫਰਟਸ ਕਰਨੀਆਂ ਚਾਹੀਦੀਆਂ ਨੇ ਕਿ ਜਿੱਥੇ ਸਾਨੂੰ ਕੋਈ ਗੱਲ ਗਲਤ ਨਜ਼ਰ ਆਉਂਦੀ ਹੈ ਤੇ ਉਹ ਅਸੀਂ ਦੱਸੀਏ, ਭਾਵੇਂ ਉਹ ਧਰਮ ਹੈ। ਡਾਕਟਰ ਸਾਹਿਬ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਕਰਕੇ ਹੀ ਇਹ ਸੰਸਥਾਵਾਂ ਜਿੱਦਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਜਾਂ ਸਿੱਖ ਧਰਮ ਦੇ ਜਿਹੜੇ ਉਸ ਸਮੇਂ 1922 ਚ ਜਦੋਂ ਲੜਾਈ ਲੜੀ ਆ ਚਾਬੀਆਂ ਦੇ ਮੋਰਚੇ ਦੀ ਤੇ ਆਪਣੇ ਗੁਰਦੁਆਰਾ ਸਾਹਿਬ ਦਾ ਕੰਟਰੋਲ ਲਿਆ, ਤੇ ਇਹ ਜਿਹੜੀਆਂ ਉੱਥੇ ਬੁਰਾਈਆਂ ਹੋ ਰਹੀਆਂ ਸੀ ਗੁਰਦੁਆਰਿਆਂ ਦੇ ਵਿੱਚ, ਉਹਨਾਂ ਤੋਂ ਨਿਜਾਤ ਦਿਵਾਉਣ ਲਈ ਸਿੱਖਾਂ ਨੇ ਇੱਕ ਕਲੈਕਟਿਵ ਕੰਮ ਕੀਤਾ ਸੀ ਤੇ ਇੱਕ ਜਥੇਬੰਦੀ ਆਈ। ਤੇ ਉਹ ਜਥੇਬੰਦੀ 'ਚ ਵੀ ਹੌਲੀ ਹੌਲੀ ਇੰਨਾ ਕੁ ਨਿਗਾਰ ਆ ਗਿਆ ਕਿ 1925 ਚ ਬਣੀ ਹੋਈ ਉਹ ਜਥੇਬੰਦੀ ਅਜੇ ਮਤਲਬ ਉਹਨੂੰ 100 ਸਾਲ ਹੋਇਆ ਵਾ ਸਮਝਾਉਣ ਵਾਲਾ। ਨਾ ਤਾਕਤ ਦਾ ਨਸ਼ਾ ਜਿਹੜਾ ਹਉਮੈ ਜਿਹੜੀ ਹੈਗੀ ਵੀ ਨਹੀਂ ਅਸੀਂ ਹੀ ਇਹ ਕਰ ਸਕਦੇ ਹਾਂ, ਜਾਂ ਸਾਡਾ ਉਹ ਇੱਕ ਪਾਰਟੀ ਨੇ ਉਹਦੇ ਉੱਤੇ ਆਪਣਾ ਮਤਲਬ ਬਣਾ ਲਿਆ। ਡਾਕਟਰ ਸਾਹਿਬ ਜਦੋਂ ਫਿਰ ਆਪਾਂ ਇਹ ਗੱਲ ਕਰਦੇ ਹਾਂ ਤੇ ਜਦੋਂ ਗੁਰੂ ਸਾਹਿਬਾਂ ਨੇ ਜਾਂ ਭਾਈ ਗੁਰਦਾਸ ਨੇ ਉਹਨਾਂ ਬ੍ਰਾਹਮਣਾਂ ਬਾਰੇ, ਕਾਜ਼ੀਆਂ ਬਾਰੇ ਕਹਿਤਾ ਜਿਹੜੇ ਹਜ਼ਾਰਾਂ ਸਾਲ ਪੁਰਾਣੇ ਧਰਮ ਸੀ ਵੀ ਭਾਈ ਤੁਸੀਂ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ, ਕਿ ਜਿਹੜੀਆਂ ਹੁਣੇ ਅਸੀਂ ਸਤਰਾਂ ਪੜ੍ਹ ਕੇ ਉਹਨਾਂ ਦੀ ਵਿਆਖਿਆ ਤੁਹਾਡੇ ਕੋਲ ਸੁਣ ਰਹੇ ਸੀਗੇ, ਤੇ ਅਸੀਂ ਤੇ ਜੇ ਕੱਲ ਜੰਮੇ ਆ ਕਿ ਸਾਡਾ ਧਰਮ ਕਿੰਨਾ ਕੁ ਪੁਰਾਣਾ, ਤੇ ਅਸੀਂ ਤੇ ਉਹਨਾਂ ਤੋਂ ਵੀ ਅੱਗੇ ਲੰਘੇ, ਉਹਨਾਂ ਤੋਂ ਵੀ ਅੱਗੇ ਲੰਘੇ। ਹੁਣ ਸਾਡੇ 'ਚ ਕਿਤੇ ਇੱਕ ਸੈਕਟ ਆ ਨਹੀਂ, ਬਹੁਤ ਹੋ ਗਿਆ, ਬਹੁਤ ਜੇ ਜੋਗੀਆਂ ਦੇ 12 ਸੀ ਆਪਣਾ ਮਤ ਸਭ ਗਾਵਾ ਵਾਲੀ ਜਿਹੜੀ ਗੱਲ ਹੈ ਉਹ ਹੀ ਆ ਗਈ ਨਾ। ਹਰ ਕੋਈ ਆਪਣਾ ਰਾਹ ਚਲਾ ਰਿਹਾ। ਜਿਹੜੀ ਗੱਲ ਭਾਈ ਗੁਰਦਾਸ ਨੇ ਕੀਤੀ ਆ ਉਸ ਸਮੇਂ ਦੀ, ਉਹੀ ਗੱਲ ਕਰ ਰਹੇ ਆ ਵੀ ਹਰ ਕੋਈ ਆਪਣਾ ਮਤ ਚਲਾ ਰਿਹਾ, ਆਪੋ ਆਪਣਾ ਰਾਹ ਚਲਾ ਰਿਹਾ ਹੈ। ਚਾਹੇ ਉਹ ਕੋਈ ਕਿਸੇ ਨਾਂ ਦੇ ਉੱਤੇ ਬਹਿ ਗਿਆ ਹੋਵੇ, ਕਿਸੇ ਨਾਂ ਦੇ, ਸਾਰੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ, ਸਾਰੇ ਕਹਾਉਂਦੇ ਆ ਅਸੀਂ ਗੁਰਬਾਣੀ ਨੂੰ ਫੋਲੋ ਕਰਦੇ ਹਾਂ।
ਪਰ ਗੱਲ ਹੈ ਜਿਹੜੀ ਉਹ ਅਸੀਂ ਆਪਣੀ ਜਿਹੜੀ ਹਉਮੈ ਹੈ ਉਹਨੂੰ ਸੱਚਾ ਰਹੇ ਹਾਂ, ਆਪਣਾ ਜਿਹੜਾ ਸਾਡੇ ਪਰਪਸ ਨੇ ਉਹਨਾਂ ਨੂੰ ਪੂਰੇ ਕਰ ਰਹੇ ਹਾਂ ਤੇ ਅਸੀਂ ਲਾਂਭੇ ਜਾ ਰਹੇ ਹਾਂ। ਇਹ ਅਸੀਂ ਜੋ ਰਸਤਾ ਸਾਨੂੰ ਗੁਰੂ ਨਾਨਕ ਬਿਲਕੁਲ ਡਾਕਟਰ ਸਾਹਿਬ ਤੋਂ ਮੌਜੂਦਾ ਦੌਰ ਦੇ ਵਿੱਚ ਤੇ ਅਸੀਂ ਮੇਰੇ ਖਿਆਲ ਪੂਰੇ ਉਸ ਦਲਦਲ 'ਚ ਦੁਬਾਰਾ ਧਸ ਗਏ ਹਾਂ ਜਿਸ 'ਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਣ ਦਾ ਯਤਨ ਕੀਤਾ, ਜਿਹੜਾ ਸਾਨੂੰ ਜਿਹੜੀ ਗੁਰਬਾਣੀ ਦਾ ਗਿਆਨ ਦੇ ਕੇ ਗਏ ਸੀ ਅਸੀਂ ਉਹਦੇ ਲੜ ਨਹੀਂ ਲੱਗੇ, ਅਸੀਂ ਫਿਰ ਉਸੇ ਹੀ ਤਰ੍ਹਾਂ ਦਾ ਜਿਹੜਾ ਸਿਸਟਮ ਸੀ ਉਹਦੇ ਵਿੱਚ ਹੀ ਰਲਗੱਡ ਹੁੰਦੇ ਜਾ ਰਹੇ ਆ ਜਾਂ ਹੋ ਰਿਹਾ, ਬੜੀ ਤੇਜ਼ੀ ਨਾਲ ਹੋ ਰਿਹਾ, ਜਿਹਦਾ ਕਰਕੇ ਹੀ ਸਾਡੇ ਵਿੱਚ ਜਿਹੜੀਆਂ ਚੀਜ਼ਾਂ ਕਹਿੰਦੇ ਨੇ ਪਤਿਤਪੁਣਾ ਵਧਿਆ, ਵੇਖੋ ਵੇਖੀ ਫੈਸ਼ਨ ਬੱਚੇ ਇਸੇ ਕਰਕੇ ਪਾਸੇ ਵੀ ਜਾ ਰਹੇ ਨੇ ਨਾ ਬੱਚੇ। ਦੇਖੋ ਬੱਚਿਆਂ ਨਾਲ ਤੁਸੀਂ ਗੱਲ ਕਰੋ, ਹੁਣ ਅੱਜ ਕੱਲ੍ਹ ਬੱਚੇ ਉਹ ਹੈ ਨਹੀਂ, ਇੰਟਰਨੈਟ ਦਾ ਜ਼ਮਾਨਾ ਹੈ, ਵੈਸੇ ਵੀ ਇੰਟਰੈਕਸ਼ਨ ਸਾਰੇ ਸੰਸਾਰ ਦਾ ਆਪਸ ਵਿੱਚ ਹੁੰਦਾ ਹੈ ਤੇ ਬੱਚੇ ਸਮਝਦੇ ਆ ਇਹਨਾਂ ਚੀਜ਼ਾਂ ਨੂੰ। ਉਹ ਜਦੋਂ ਬਾਕੀਆਂ ਵਰਗਾ ਪਖੰਡ ਦੇਖਦੇ ਆ ਸਾਡੇ ਧਰਮ ਦੇ ਵਿੱਚ ਵੀ ਫੈਲਿਆ ਹੋਇਆ ਹੈ ਤੇ ਉਹ ਪਾਸੇ ਜਾ ਰਹੇ ਨੇ। ਉਹ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਤੇ ਉਹ ਝੱਟ ਕਹਿ ਦਿੰਦੇ ਨੇ ਵੀ ਇੱਥੇ ਕਿਹੜਾ ਆਹ ਨਹੀਂ ਹੋ ਰਿਹਾ, ਇੱਥੇ ਕਿਹੜਾ ਉਹ ਨਹੀਂ ਹੋ ਰਿਹਾ ਹੈਗਾ, ਹੈ ਨਾ। ਹੁਣ ਦਰਬਾਰ ਸਾਹਿਬ ਹੈ ਉਹਨੂੰ ਵੀ ਅਸੀਂ ਉਹ ਬਣਾ ਲਿਆ ਹੋਇਆ ਵੀ ਨਹੀਂ ਜੀ ਪੈਸੇ ਦਿਓ, ਇੱਥੇ ਤੁਸੀਂ ਆਪਣਾ ਕੀ ਕਹਿੰਦੇ ਹੁੰਦੇ ਨੇ ਅਖੰਡ ਪਾਠ ਕਰਾ ਲਓ। ਬਾਣੀ ਤਾਂ ਪੜ੍ਹਨ ਸੁਣਨ ਸਮਝਣ ਤੇ ਉਹਦੇ ਉੱਤੇ ਚੱਲਣ ਲਈ ਆ, ਹੈ ਨਾ। ਤੇ ਉਹਨੂੰ ਅਸੀਂ ਵੀ ਇੱਕ ਉਹਨੂੰ ਧੰਦਾ ਬਣਾ ਲਿਆ, ਉਹਨੂੰ ਬੇਸਿਕਲੀ ਧੰਦਾ ਹੀ ਹੈ ਜੀ, ਧਰਮ ਨੂੰ ਧੰਦਾ ਬਣਾ ਲਿਆ। ਜਦੋਂ ਧਰਮ ਧੰਦਾ ਬਣ ਜਾਂਦਾ ਉਦੋਂ ਇਹਦੇ ਵਿੱਚ ਧਰਮ ਦਾ ਕਸੂਰ ਨਹੀਂ ਹੈ, ਇਹਦੇ ਵਿੱਚ ਜਿਹੜੇ ਫਾਲੋਅਰਸ ਨੇ, ਜਿਹੜੇ ਉਹਨੂੰ ਮੰਨਣ ਵਾਲੇ ਨੇ, ਜਿਹੜੇ ਉਹਦੇ ਕਰਤਾ ਧਰਤਾ ਨੇ। ਨਹੀਂ ਪਰ ਇਸ ਹਿਸਾਬ ਨਾਲ ਤੇ ਡਾਕਟਰ ਸਾਹਿਬ ਨਾ ਇਸਲਾਮ ਦਾ ਕਸੂਰ ਹੈ, ਨਾ ਹਿੰਦੂਇਜ਼ਮ ਦਾ ਕਸੂਰ ਹੈ, ਨਾ ਕ੍ਰਿਸਚੈਨਿਟੀ ਦਾ ਕਸੂਰ ਹੈ। ਗੱਲ ਤੇ ਫਿਰ ਉਹੀ ਆ ਗਈ ਨਾ ਮਨੁੱਖ ਦੀ। ਕਹਿ ਰਹੇ ਨੇ ਵੀ ਵੇਦ ਕਤੇਬ ਨੂੰ ਜਦੋਂ ਭੁੱਲਣ ਦੀ ਗੱਲ ਕਰਦੇ ਆ ਵੀ ਵੇਦ ਕਤੇਬ ਭੁਲਾਏ ਕੇ ਜੇ ਧਰਮ ਗ੍ਰੰਥਾਂ ਦੇ ਮਗਰ ਚੱਲਣ ਫਿਰ ਤਾਂ ਇਹ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਜੋ ਜਿਸ ਕਿਸਮ ਦਾ ਪਖੰਡ, ਜਿਸ ਕਿਸਮ ਦਾ ਕਰਮਕਾਂਡ ਜਾਂ ਕੱਟੜਵਾਦ ਹੈ, ਇਹਨੂੰ ਕਿਤੇ ਕੋਈ ਥਾਂ ਨਹੀਂ ਰਹਿ ਜਾਂਦੀ, ਹੈ ਨਾ। ਮੇਰਾ ਨਹੀਂ ਖਿਆਲ ਕੋਈ ਵੀ ਧਰਮ ਹੈ ਜਿਹੜਾ ਉਹ ਮਨੁੱਖਤਾ ਦੇ ਖਿਲਾਫ ਗੱਲ ਕਰਦਾ ਹੈ ਨਾ। ਹਰ ਇੱਕ ਧਰਮ ਹੈ ਜਿਹੜਾ ਉਹ ਮਨੁੱਖਤਾ ਦੀ ਭਲਾਈ ਦੇ ਵਾਸਤੇ ਆਉਂਦਾ। ਹਿਊਮਨ ਬੀਇੰਗ ਹੈ ਜਿਹੜਾ, ਜਾਂ ਹਿਊਮਨ ਵੈਲਫੇਅਰ ਹੈ, ਉਹ ਹਰ ਧਰਮ ਦੀ ਇੱਕ ਸੈਂਟਰਲ ਪੁਆਇੰਟ ਹੈ, ਕੇਂਦਰੀ ਪੁਆਇੰਟ ਹੈ। ਰਾਹ ਭਾਵੇਂ ਵੱਖ-ਵੱਖ ਨੇ ਪਰ ਪਹੁੰਚਣਾ ਉਸ ਇੱਕੋ ਹੀ ਤੱਕ ਹੈ, ਮਕਸਦ ਇੱਕੋ ਹੈ ਸਭ ਦਾ। ਤੇ ਫਿਰ ਇਹ ਵਖਰੇਵੇਂ ਨੇ ਜਿਹੜੇ, ਜਦੋਂ ਅਸੀਂ ਉਹਨੂੰ ਆਪਣਾ ਸ਼ਬਦ ਨੂੰ ਭੁੱਲ ਕੇ, ਇੱਥੇ ਹੀ ਉਹੀ ਗੱਲ ਆ ਜਾਂਦੀ ਹੈ, ਹਰ ਧਰਮ ਗ੍ਰੰਥ ਹੈ ਜਿਹੜਾ ਉਹ ਸ਼ਬਦ ਹੈ। ਜੋ ਸ਼ਬਦ ਨੂੰ ਭੁੱਲ ਕੇ ਅਸੀਂ ਆਸੇ-ਪਾਸੇ ਜਾਂਦੇ ਹਾਂ, ਵਿਅਕਤੀ ਪੂਜਾ ਵਿੱਚ ਆ ਜਾਂਦੇ ਹਾਂ, ਹਉਮੈ ਵਿੱਚ ਆ ਜਾਂਦੇ ਹਾਂ, ਤੇ ਉਦੋਂ ਸਾਰੇ ਵਿਗਾੜ ਨੇ ਜਿਹੜੇ ਉਹ ਪੈਦਾ ਹੁੰਦੇ ਨੇ। ਅੱਛਾ ਡਾਕਟਰ ਸਾਹਿਬ, ਆਪਾਂ ਸਿੱਖ ਧਰਮ ਦੀ ਫਿਲਾਸਫੀ ਵੱਲ ਫਿਰ ਮੁੜੀਏ, ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ, ਕਿਉਂਕਿ ਗੁਰੂ ਸਾਹਿਬ ਨੇ ਜਦੋਂ ਸਿੱਖ ਧਰਮ ਦੀ ਬੁਨਿਆਦ ਰੱਖੀ ਆ ਤੇ ਉਹਨਾਂ ਨੇ ਜਿਹੜਾ ਸਾਨੂੰ ਦਰਸ਼ਨ ਦਿੱਤਾ ਹੈ, ਜਿਹਦੇ ਮੁਤਾਬਕ ਫਿਰ ਅਗਲੀਆਂ ਜੋਤ ਜਿੰਨੀਆਂ ਤੁਸੀਂ ਆਪਾਂ ਹਮੇਸ਼ਾ ਕਹਿੰਦੇ ਆ ਕਿ ਗੁਰੂ ਸਾਹਿਬ ਦੀ ਜੋਤ ਮੁੜ ਕੇ 10 ਗੁਰੂਆਂ 'ਚ ਹੋਈ ਤੇ ਇੱਕ ਹੀ ਲਹਿਰ ਸੀ, ਇੱਕ ਹੀ ਲੈਅ ਦੇ ਵਿੱਚ ਉਹ ਸਾਰਾ ਕੁਝ ਉਤਰਦਾ ਗਿਆ। ਤੇ ਜਿਹੜਾ ਉਹ ਦਰਸ਼ਨ ਆ ਉਹਦੇ ਵਿੱਚ ਜਿਹੜੇ ਮੁੱਖ ਮੁੱਦੇ ਸੀਗੇ, ਇੱਕ ਤਾਂ ਜਿੱਦਾਂ ਸਰਬੱਤ ਦੇ ਭਲੇ ਦਾ ਮੁੱਦਾ, ਇੱਕ ਖਾਸ ਕਰਕੇ ਸੱਚ ਦੇ ਉੱਤੇ ਬੜਾ ਪਹਿਰਾ ਦਿੱਤਾ, ਆਚਰਣ ਦੇ ਉੱਤੇ ਬੜਾ ਪਹਿਰਾ ਦਿੱਤਾ। ਬਿਲਕੁਲ ਬਿਲਕੁਲ, ਉਹੀ ਤਾਂ ਗੱਲ ਆਪਾਂ ਜਿਹੜੀਆਂ ਹੁਣ ਕਰ ਰਹੇ ਸੀ ਵੀ ਜੇ ਤੁਸੀਂ ਅੰਦਰੋਂ ਹੋਰ ਹੋ ਤੋਂ ਬਾਹਰ ਹੋਰ ਹੋ, ਉਹ ਗੱਲ ਗਲਤ ਆ। ਵੀ ਸੱਚਾਈ ਦੇ ਉੱਤੇ ਚੱਲਣ ਲਈ ਤੁਸੀਂ ਦੇਖੋਗੇ ਵੈਸੇ ਵੀ ਆਪਾਂ ਬਾਣੀ ਪੜ੍ਹੀਏ ਨਾ, ਸੱਤ, ਸੰਤੋਖ ਤੇ ਗਿਆਨ, ਇਹ 3 ਚੀਜ਼ਾਂ ਬਹੁਤੀ ਵਾਰ ਸਿੱਖ ਧਰਮ ਦੇ ਵਿੱਚ ਦਿੱਤੇ ਹੋਏ ਨੇ ਵੀ ਮਨੁੱਖ ਨੂੰ ਗੁਣ ਕਿਹੜੇ ਕਿਹੜੇ ਅਪਣਾਉਣੇ ਚਾਹੀਦੇ ਨੇ, ਹੈ ਨਾ। ਉਹ ਆਸਾ ਦੀ ਵਾਰ ਦੇ ਵਿੱਚ ਵੀ ਦੱਸਦੇ ਨੇ, ਚਾਹੇ ਉਹ ਮੁੱਲਾਂ ਦੀ ਗੱਲ ਕਰਕੇ ਦੱਸਦੇ ਨੇ, ਚਾਹੇ ਜੋਗੀ ਦੀ ਗੱਲ ਕਹਿੰਦੇ ਮਖਟੂ ਹੋਏ ਕਿ ਕੰਨ ਪੜਾਏ, ਹੈ ਨਾ। ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੇ ਪਾਏ ਦੀ ਗੱਲ ਕਰਦੇ ਨੇ ਉਹ। ਤੇ ਇਸੇ ਤਰ੍ਹਾਂ ਉਹ ਪੰਡਤ ਦੀ ਗੱਲ ਕਰਦੇ ਨੇ, ਦੇ ਕੇ ਚੌਂਕਾ ਕੱਢੀ ਕਾਰ ਉੱਤੇ ਆਏ ਬੈਠੇ ਕੂੜਿਆਰ। ਵੀ ਸੁੱਚਮ ਇਹ ਨਹੀਂ ਹੈਗੀ ਕਿ ਤੁਸੀਂ ਆਪਣਾ ਇਸ਼ਨਾਨ ਕਰ ਲਿਆ, ਆਪਣੇ ਕੱਪੜੇ ਧੋ ਲਏ, ਤੁਸੀਂ ਕੁਰਲੀ ਕਰ ਲਈ, ਸੁੱਚੇ ਸੇ ਨਾ ਆਖੀਏ ਬਹਿਣ ਜੋ ਪਿੰਡਾਂ ਤੋਏ, ਹਾਂ ਸੁੱਚੇ ਸੇ ਨਾਨਕਾ ਜਨਮਨ ਵਸਿਆ ਸੋਏ। ਤੇ ਜਿੰਨਾ ਚਿਰ ਤੱਕ ਤੁਹਾਡੇ ਅੰਦਰ ਸੱਚ ਨਹੀਂ ਹੈਗਾ, ਅੰਦਰ ਵੀ ਸੱਚ ਹੋਣਾ ਚਾਹੀਦਾ, ਬਾਹਰ ਵੀ ਸੱਚ ਹੋ ਜਾਣਾ। ਜੋ ਤੁਹਾਡੇ ਅੰਦਰ ਹੈ ਉਹ ਤੁਹਾਡਾ ਬਾਹਰਲਾ ਚਰਿੱਤਰ ਜਿਹੜਾ ਹੋਣਾ ਚਾਹੀਦਾ। ਤੇ ਉਹ ਗੁਣ ਜਿਹੜੇ ਦੱਸੇ ਹੋਏ ਨੇ ਉਹਨਾਂ ਦੇ ਉੱਤੇ ਚੱਲ ਕੇ ਹੀ ਮਨੁੱਖ ਅਸਲੀ ਧਾਰਮਿਕ ਆਉਂਦਾ। ਇਸੇ ਕਰਕੇ ਤਾਂ ਗੁਰੂ ਨਾਨਕ ਦਾ ਜਿਹੜੀ ਹੈਗਾ ਬਾਣੀ ਹੈ, ਜਾਂ ਕਹਿ ਲਓ ਤੁਸੀਂ, ਜਾਂ ਉਹਨਾਂ ਦੇ ਜਿਹੜਾ ਉਪਦੇਸ਼ ਹੈ ਉਹ 4 ਵਰਨਾਂ ਨੂੰ ਵੀ ਸਾਂਝਾ ਤੇ ਸਾਰੇ ਸੰਸਾਰ ਲਈ ਵੀ ਸਾਂਝਾ। ਉਹ ਇਸੇ ਕਰਕੇ ਹੈ ਕਿਉਂਕਿ ਜਿਹੜੇ ਇਹ ਗੁਣ ਨੇ ਨਾ, ਚਾਹੇ ਉਹ ਮੁਸਲਮਾਨ ਦੀ ਗੱਲ ਕਰਦੇ ਨੇ, ਉਹਨੂੰ ਵੀ ਉਹ ਕਹਿੰਦੇ ਨੇ ਵੀ 5 ਨਮਾਜ਼ਾਂ ਤੇਰੀਆਂ ਆਹ ਨੇ ਜੇ ਤੂੰ ਇਹਨਾਂ ਗੁਣਾਂ ਨੂੰ ਅਪਣਾਉਣਾ, ਤੇ ਤੇਰਾ ਜੋ ਰੋਜ਼ਾ ਜਿਹੜਾ ਉਹ ਮਸੀਤ ਹੈ ਉਹ ਕੀ ਹੋਣੀ ਚਾਹੀਦੀ, ਤੇਰੀ ਤਸਬੀਹ ਕੀ ਹੋਣੀ। ਉਹ ਸਾਰੀ ਦਇਆ, ਸੰਤੋਖ, ਸੱਚ, ਗਿਆਨ, ਇਹਨਾਂ ਦੀ ਗੱਲ ਕਰਦੇ ਆ। ਸੱਤ, ਸੰਤੋਖ, ਗਿਆਨ, ਇਹ 3 ਗੁਣ ਤਾਂ ਹਮੇਸ਼ਾ ਇਕੱਠੇ ਆਉਂਦੇ ਆ। ਇੱਕ ਤੁਹਾਨੂੰ
ਅਸਲੀਅਤ ਦਾ ਪਤਾ ਲਾਉਣਾ, ਸੱਚ ਦਾ ਪਤਾ ਹੋਣਾ ਚਾਹੀਦਾ ਵੀ ਕੀ ਹੈ ਨਾ। ਫਿਰ ਉਸ ਸੱਚ ਨੂੰ ਆਪਣੇ ਚਰਿੱਤਰ ਦਾ ਹਿੱਸਾ ਬਣਾਉਣਾ। ਸੱਚੋ ਹੋਰ ਹੈ ਸਭ ਕੋ ਉੱਪਰ ਸੱਚ ਆਚਾਰ। ਗੁਰੂ ਨਾਨਕ ਨੇ ਸੱਚ ਨੂੰ ਸਭ ਤੋਂ ਉੱਤੇ ਰੱਖਿਆ, ਉਸ ਤੋਂ ਵੀ ਉੱਤੇ ਸੱਚ ਆਚਾਰ ਨੂੰ ਰੱਖਿਆ। ਜੇ ਉਸ ਸੱਚ ਨੂੰ ਅਸੀਂ ਆਪਣੇ ਕਰੈਕਟਰ ਦਾ ਹਿੱਸਾ ਨਹੀਂ ਬਣਾਉਂਦੇ, ਆਪਣੇ ਆਚਾਰ ਵਿਹਾਰ ਦਾ ਹਿੱਸਾ ਨਹੀਂ ਬਣਾਉਂਦੇ, ਫਿਰ ਉਹਦਾ। ਅੱਛਾ ਡਾਕਟਰ ਸਾਹਿਬ, ਇੱਕ ਤਾਂ ਹੁੰਦਾ ਮੁੱਦਾ ਠਾ ਦੇਣਾ ਵੀ ਜਿੱਦਾਂ ਗੁਰੂ ਸਾਹਿਬ ਨੇ ਮੁੱਦੇ ਠਾਤੇ ਜਿਹੜੇ ਉਸ ਸਮੇਂ ਸੀਗੇ, ਉਹਨਾਂ ਦੇ ਸੋਲਿਊਸ਼ਨ ਵੀ ਕਿਤੇ ਗੁਰਬਾਣੀ ਜਿੱਦਾਂ ਹੁਣ ਜਪਜੀ ਸਾਹਿਬ ਦੇ ਵਿੱਚ ਜਿੱਦਾਂ ਆਉਂਦਾ ਕਿਵੇਂ ਸਚਿਆਰਾ ਹੋਵੀਏ, ਕਿਵੇਂ ਕੂੜੇ ਟੁੱਟੇ। ਪਰ ਮਤਲਬ ਇਹ ਆ ਕਿ ਜੇ ਮਤਲਬ ਅਸੀਂ ਸੱਚੇ ਕਿਵੇਂ ਬਣ ਸਕਦੇ ਹਾਂ ਤੇ ਝੂਠ ਦਾ ਵਾਲਾ ਪਸਾਰਾ ਜਿਹੜਾ ਉਹਨੂੰ ਕਿੱਦਾਂ ਤੋੜ ਸਕਦੇ ਹਾਂ, ਤੇ ਕੀ ਉਹਦੀ ਵਿਆਖਿਆ ਦੇ ਵਿੱਚ ਅੱਗੇ ਕੋਈ ਇਸ ਤਰ੍ਹਾਂ ਦੇ ਪੁਆਇੰਟ ਜਾਂ ਗਾਈਡਲਾਈਨ ਹੈ ਵੀ ਕਿੱਦਾਂ ਹੋ ਸਕਦੀ? ਬਿਲਕੁਲ, ਇਹ ਤੁਸੀਂ ਆਪਾਂ ਬਾਣੀ ਦੇ ਵਿੱਚ ਜਾਈਏ ਨਾ ਤੇ ਉੱਥੇ ਸਾਰਾ ਦੱਸਿਆ ਹੋਇਆ। ਹੁਣ ਹਲੀਮੀ ਦੀ ਉਹ ਗੱਲ ਕਰਦੇ ਨੇ ਤੇ ਗੁਰੂ ਨਾਨਕ ਕਹਿੰਦੇ ਨੇ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦੀ ਜਦੋਂ ਗੱਲ ਸਿਮਲ ਰੁੱਖ ਸਰਾਏ ਰਾਤ ਧੀ ਗਤ ਮੱਚ ਉਹ ਜੇ ਆਵਾ ਆਸ ਕਰ ਜਾਏ ਨਰਾਸੇ ਕਿਤ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਉਹ ਗੱਲ ਕਰਦੇ ਨੇ ਨਾ ਵੀ ਮਿੱਠਤ ਹੈ ਜਿਹੜੀ। ਫਿਰ ਉਹ ਨਾਲ ਉਹ ਵੀ ਕਹਿੰਦੇ ਨੇ ਵੀ ਨਿਮਰਤਾ ਹੋਣੀ ਚਾਹੀਦੀ ਹੈ। ਪਰ ਉਹ ਕਹਿੰਦੇ ਜੇ ਕਿਸੇ ਦਾ ਸ਼ਿਕਾਰ ਕਰਦਾ ਨਾ ਕੋਈ, ਉਹ ਵੀ ਨੀਵਾਂ ਹੋ ਕੇ ਤਾਂ ਹੀ ਉਹ ਮਾਰੂਗਾ ਤੀਰ, ਫੇਰ ਲੱਗਦਾ ਹੈ। ਇਹ ਵੀ ਗੱਲ ਹੋ ਸਕਦੀ ਹੈ। ਪਰ ਇਸ ਤਰ੍ਹਾਂ ਦੀ ਨਿਮਰਤਾ ਜਿਹੜੀ ਹੈਗੀ ਉਹ ਨਿਮਰਤਾ ਨਹੀਂ ਹੈਗੀ, ਉਹ ਤੁਸੀਂ ਆਪਣੇ ਪਰਪਸ ਦੇ ਲਈ ਕਰ ਰਹੇ ਹੋ ਨਾ। ਇਸ ਕਿਸਮ ਦੇ ਪਖੰਡ। ਮੇਰੇ ਖਿਆਲ ਇਹਦਾ ਇੱਕ ਹੋਰ ਬੜਾ ਸੋਹਣਾ ਹੈਗਾ, ਨਿਵੇਂ ਸੋ ਗੌਰਾ ਹੋਏ ਜਿਹੜਾ ਕਿਹਾ ਤੇ ਸੀਸ ਨਵਾਏ ਕਿਹਾ ਸੀ ਹਿਰਦੈ ਸੁੱਧੇ ਜਾਏ। ਉਹ ਵੀ ਬੜੀ ਸੋਹਣਾ ਉਹਦਾ ਮਿਸਾਲ। ਸੀਸ ਨਵਾਉਣ ਨਾਲ ਕੁਝ ਨਹੀਂ ਹੁੰਦਾ। ਜੇ ਤੁਹਾਡਾ ਹਿਰਦਾ ਜੇ ਤੁਸੀਂ ਮਿਲਦੇ ਹੋ ਤਾਂ ਵਾਹਿਗੁਰੂ ਜੀ ਕੀ ਫਤਿਹ ਜੀ ਸਿਰ ਝੁਕਾ ਕੇ ਗੱਲ ਕਰਦੇ ਹੋ ਤੇ ਅੰਦਰ ਤੁਹਾਡੇ ਮੈਲ ਭਰੀ ਆ। ਨਿਮਰਤਾ ਜਿਹੜੀ ਹੈਗੀ ਆ ਉਹ ਅੰਦਰ ਵੀ ਹੋਣੀ ਚਾਹੀਦੀ ਹੈ। ਅੰਦਰੋਂ ਬਾਹਰੋਂ ਮਨੁੱਖ ਦਾ ਇੱਕ ਹੋਣਾ। ਜੇ ਅੰਦਰ ਮੈਲ ਹੈ ਬਾਹਰ ਥੋੜੇ ਸੁੱਚਮ ਹੈ, ਉਹਦਾ ਕੋਈ ਫਾਇਦਾ ਨਹੀਂ। ਉਹ ਰਾਹ ਦੱਸਦੇ ਨੇ ਬਾਰ ਇਸ ਗੱਲ ਤੋਂ ਤਾਂ ਆਗਾਹ ਕੀਤਾ ਹੋਇਆ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਨਾ। ਇਸੇ ਕਰਕੇ ਤਾਂ ਉਹ ਕਹਿੰਦੇ ਨੇ ਵੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣ ਸੇ। ਪਹਿਲੀ ਗੱਲ ਤਾਂ ਹੈਗੀ ਹੈ ਵੀ ਕਿਰਤ ਨਾਲ ਮਨੁੱਖ ਨੂੰ ਜੋੜਿਆ, ਕੰਮ ਕਰਨ ਦੇ ਨਾਲ ਜੋੜਿਆ, ਸੱਚੀ ਸੁੱਚੀ ਕਮਾਈ ਦੇ ਨਾਲ ਜੋੜਿਆ, ਫਿਰ ਉਹਦੇ ਵਿੱਚੋਂ ਵੰਡ ਕੇ ਖਾਣੇ। ਜਦੋਂ ਤੁਸੀਂ ਉਸ ਪਰਮਾਤਮਾ ਨਾਲ ਵੀ ਜੁੜਦੇ ਹੋ, ਉਹਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਦੇ ਹੋ ਹੈ ਨਾ। ਗੁਣ ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਵੀ ਮੂਲ ਮੰਤਰ ਦੇ ਵਿੱਚ ਉਹ ਸਾਰੀਆਂ ਵਿਸ਼ੇਸ਼ਤਾਵਾਂ ਰੱਬ ਦੀਆਂ ਕੀ ਨੇ ਉਹ ਦੱਸੀਆਂ ਹੋਈਆਂ ਨੇ, ਤੇ ਮਨੁੱਖ ਨੇ ਉਹੋ ਜਿਹਾ ਹੋਣਾ। ਉਹਨੇ ਮਨੁੱਖ ਨੇ ਤੇ ਉਹੋ ਜਿਹਾ ਹੋਣ ਤੇ ਥੀਣ ਲਈ ਹੈ। ਇਹ ਮੁਕਤੀ ਹੈ, ਇਹਨੂੰ ਹੀ ਜੀਵਨ ਮੁਕਤੀ ਕਿਹਾ ਕਿ ਤੁਸੀਂ ਉਹ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਦੇ ਹੋ। ਫਿਰ ਜਦੋਂ ਤੁਸੀਂ ਕਿਰਤ ਕਰਦੇ ਹੋ, ਦੂਜੇ ਨਾਲ ਵੰਡ ਕੇ ਛਕਦੇ ਹੋ, ਤੇ ਉਹਦੇ ਨਾਲ ਜੁੜੇ ਹੋਏ ਹੋ ਤੁਸੀਂ। ਕੋਈ ਜਦੋਂ ਆਪਾਂ ਉਹਦੇ ਨਾਲ ਆਪਣੇ ਆਪ ਨੂੰ ਜੋੜਦੇ ਹਾਂ ਜਾਂ ਜੁੜਿਆ ਹੋਇਆ ਮੰਨਦੇ ਹਾਂ, ਤੇ ਫਿਰ ਅਸੀਂ ਗਲਤ ਕੰਮ ਨਹੀਂ ਕਰ ਸਕਦੇ, ਨਾ ਤਾਂ ਕਿਸੇ ਦਾ ਹੱਕ ਮਾਰ ਸਕਦੇ ਹਾਂ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਿਹਾ ਹੈ ਨਾ। ਤੇ ਜੇ ਵੰਡ ਕੇ ਖਾਵਾਂਗੇ ਫਿਰ ਸੁਸਾਇਟੀ ਦੇ ਵਿੱਚ ਇਨਇਕੁਐਲਿਟੀ ਨਹੀਂ ਰਹਿੰਦੀ, ਨਾ ਬਰਾਬਰੀ ਦਾ ਫਿਰ ਸਵਾਲ ਹੀ ਪੈਦਾ ਹੁੰਦਾ ਹੈ ਨਾ। ਹੁਣ ਪੰਡੋਰਾ ਪੇਪਰ ਆਏ ਨੇ, ਆਪਾਂ ਦੇਖਿਆ ਕਿ ਗਰੀਬ ਲੋਕ ਨੇ ਜਿਹੜੇ ਉਹ ਤਾਂ ਰੋਟੀ ਤੋਂ ਵੀ ਭੁੱਖੇ ਮਰ ਰਹੇ ਨੇ, ਤੇ ਇਹ ਜਿਹੜੇ ਕੁਛ ਫਿਊ ਲੋਕ ਨੇ ਹਰ ਮੁਲਕ ਦੇ, ਉਹਨਾਂ ਨੇ ਆਪਣੀਆਂ ਕਿੰਨੀਆਂ ਜਾਇਦਾਦਾਂ ਜੋੜੀਆਂ ਨੇ ਟੈਕਸ ਭਰਨ ਦੇ ਸਿਫਾਰਿਸ਼ ਪਾ ਕੇ ਦੂਜੇ ਮੁਲਕਾਂ ਜਮ੍ਹਾਂ ਕਰਾਏ, ਦੂਜੇ ਮੁਲਕਾਂ ਦੇ ਵਿੱਚ ਮਨੀ ਆਪਣੀ ਇਨਵੈਸਟ ਕੀਤੀ ਹੋਈ ਹੈ। ਫਿਰ ਉਹਦੇ ਨਾਂ ਦੇ ਉੱਤੇ ਝੂਠੀਆਂ ਕੰਪਨੀਆਂ ਬਣਾ ਕੇ ਫਿਰ ਆਪਣੇ ਮੁਲਕ ਦੇ ਵਿੱਚ ਉਹਨਾਂ ਨੂੰ ਟੈਕਸ ਨੂੰ ਬਚਾਉਂਦੇ ਨੇ। ਹੁਣ ਇਹੀ ਜੇ ਤੁਸੀਂ ਮਤਲਬ ਆਪਣਾ ਕੀ ਕਹਿੰਦੇ ਹੁੰਦੇ ਨੇ ਟੈਕਸ ਦਿੰਦੇ ਹੋ, ਲੋਕ ਭਲਾਈ ਲਈ ਲੱਗਦਾ ਕੰਮ ਸਾਰਾ। ਤਾਂ ਅਰਬਾਂ ਖਰਬਾਂ ਦੇ ਮਾਲਕ ਨੇ ਜਿਹੜੇ, ਉਹਨਾਂ ਦੇ ਕੁਛ ਟੈਕਸ ਦੇਣ ਦੇ ਨਾਲ ਸਾਰੇ ਮੁਲਕ ਦੀ ਕਿੰਨੀ ਭਲਾਈ ਹੁੰਦੀ ਹੈ ਨਾ। ਇਹ ਜਿਹੜਾ ਲਾਲਚ ਹੈ ਤੇ ਹਉਮ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਵਾਰ-ਵਾਰ ਮਨੁੱਖ ਦੇ ਅੰਦਰ ਲਾਲਚ ਦੀ ਤੇ ਹਉਮੈ ਦੀ, ਲੋਭ ਮੋਹ ਤੇ ਹੰਕਾਰ, ਇਹਨਾਂ ਨੂੰ ਮਾੜੇ ਇਸੇ ਕਰਕੇ ਮੰਨਿਆ ਹੋਇਆ, ਕਿਉਂਕਿ ਕਾਮ ਹੈ ਜਿਹੜਾ ਉਹ ਵੀ ਇੱਛਾਵਾਂ ਨੇ। ਅੱਛਾ ਡਾਕਟਰ ਸਾਹਿਬ, ਇੱਕ ਸਵਾਲ ਮੇਰੇ ਦਿਮਾਗ 'ਚ ਆ ਰਿਹਾ। ਹਾਂਜੀ, ਆਮ ਸਧਾਰਨ ਵਿਅਕਤੀ ਆਪਣੇ ਵਰਗਾ ਜਿਹੜਾ ਵੀ ਆ ਕੋਈ, ਉਹਨੂੰ ਜ਼ਿੰਦਗੀ 'ਚ ਬਹੁਤ ਸਾਰੀਆਂ ਉਲਝਣਾਂ ਦਰਪੇਸ਼ ਹੁੰਦੀਆਂ ਨੇ। ਚਲੋ ਗਰੀਬ ਘਰ ਪੈਦਾ ਹੋ ਗਿਆ ਜਾਂ ਕੋਈ ਐਸੇ ਹਾਲਾਤ ਬਣ ਗਏ ਕਿ ਉਹ ਗਰੀਬੀ ਦੀ ਦਲਦਲ 'ਚ ਧੱਸ ਗਿਆ, ਤੇ ਉਹ ਚਲੋ ਉਹਦੇ ਲਈ ਤਾਂ ਇਦਾਂ ਵੀ ਉਹ ਕਿਸੇ ਨੇ ਉਹਦੀ ਹੈਲਪ ਕਰਤੀ ਜਾਂ ਮਾੜਾ ਮੋਟਾ ਕਰ, ਤੇ ਉਹਦੇ ਲਈ ਉਹ ਕੀ ਕਰੇ? ਮਤਲਬ ਜਿੱਦਾਂ ਸਾਡੇ ਹੁਣ ਜਿਹੜੇ ਪੁਜਾਰੀ ਵਰਗ ਜੀ, ਫਿਰ ਗੱਲ ਆ ਜਾਂਦੀ ਆ, ਉਹ ਕਹਿ ਦਿੰਦੇ ਆ ਤੂੰ ਗੁਰੂ ਘਰ ਜਾਇਆ ਕਰ, ਉੱਥੇ ਜਾਇਆ ਕਰ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਜਾਂ ਕੁਝ ਲੋਕਾਂ ਨੇ ਅੱਜ ਕੱਲ੍ਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਨਾਂ ਥੱਲੇ ਉਹ ਬੀਬੀਆਂ ਇਕੱਠੀਆਂ ਹੋ ਕੇ ਇਸ ਤਰ੍ਹਾਂ ਕਰਦੀਆਂ ਨੇ, ਤੇ ਉਹ ਇਹ ਸ਼ੋਅ ਕਰਦੇ ਆ ਕਿ ਤੁਹਾਡੇ ਸਾਰੇ ਜਿਹੜੇ ਦੁਨਿਆਵੀ ਝੰਜਟ ਨੇ ਉਹ ਤਾਂ ਮੁੱਕ ਜਾਣਗੇ ਜੇ ਤੁਸੀਂ ਇਹ ਕਰੋਗੇ ਤਾਂ। ਜਾਂ ਫਿਰ ਇੱਕ IAS ਅਫਸਰ ਸੀ, ਉਹਨਾਂ ਬਣਾਈ ਸੀ ਸਰਬ ਰੋਗ ਕਾ ਔਖਦ ਨਾਮ। ਉਹ ਕਹਿੰਦੇ ਜੀ ਕੈਂਸਰ ਵੀ ਅਸੀਂ ਠੀਕ ਕਰ ਦਿੰਦੇ ਹਾਂ ਗੁਰਬਾਣੀ ਪੜ੍ਹ ਕੇ, ਜਾਂ ਕੁਝ ਇੱਦਾਂ ਦੀਆਂ ਕੁਝ ਘਟਨਾਵਾਂ ਪਿੱਛੇ ਆਪਾਂ ਵੇਖਦੇ ਹਾਂ। ਦਰਬਾਰ ਸਾਹਿਬ 'ਚ ਵੀ ਇੱਕ ਆਏ ਸੀਗੇ
ਜਿਹੜੇ ਮਸਕੀਨਰਾਂ ਦੇ ਨਾਲ ਬੈਠਦੇ ਹੁੰਦੇ ਸੀਗੇ ਹਿੰਦੂ ਜੈਂਟਲਮੈਨ, ਮੈਂ ਉਹਨਾਂ ਨੂੰ ਮਿਲਿਆ ਹੋਇਆ 2-3 ਵਾਰੀ, ਨਾਂ ਭੁੱਲ ਗਿਆ ਉਹਨਾਂ ਦਾ। ਉਹ ਕਹਿੰਦੇ ਮੈਂ ਨਾਸਾ 'ਚ ਹੁੰਦਾ ਸੀ, ਮੈਨੂੰ ਕੈਂਸਰ ਘਟ ਗਿਆ। ਹੁਣ ਵੀ ਇੱਦਾਂ ਦੀਆਂ ਖਬਰਾਂ ਆਮ ਹੀ ਆਉਂਦੀਆਂ ਰਹਿੰਦੀਆਂ ਨੇ ਕਿ ਉਹ ਗਿਆ ਦਰਬਾਰ ਸਾਹਿਬ, ਉਹਨੂੰ ਕੈਂਸਰ ਹੀ, ਡਾਕਟਰ ਜਵਾਬ ਦੇਤਾ, ਉਹ ਠੀਕ ਹੋ ਗਿਆ। ਕੀ ਇਹ ਚੀਜ਼ਾਂ ਸਿੱਖੀ ਦੀ ਫਿਲਾਸਫੀ ਨਾਲ ਮੇਲ ਖਾਂਦੀਆਂ ਨੇ? ਦੇਖੋ ਜਿਹੜੀ ਤਾਂ ਗੱਲ ਹੈਗੀ ਇਹ ਕਰਾਮਾਤੀ, ਇਹ ਤੇ ਸਿੱਖੀ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਆਪਾਂ ਭਾਈ ਬਾਣੀ ਜੀ ਨੂੰ ਪੜ੍ਹਨੀ ਔਖੀ ਲੱਗਦੀ ਹੈ, ਉਹ ਭਾਈ ਗੁਰਦਾਸ ਦੀਆਂ ਵਾਰਾਂ ਹੀ ਪੜ੍ਹ ਲਵੇ। ਉੱਥੇ ਵੀ ਜਦੋਂ ਜੋਗੀ ਉਹਨੂੰ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਤੂੰ ਸਾਰੀ ਦੁਨੀਆ ਨੂੰ ਦਿਖਾਉਂਦਾ ਫਿਰਦਾ ਤੇ ਸਾਨੂੰ ਵੀ ਕੋਈ ਕਰਾਮਾਤ ਦਿਖਾ, ਤੇ ਉੱਥੇ ਵੀ ਭਾਈ ਗੁਰਦਾਸ ਗੁਰੂ ਨਾਨਕ ਵੱਲੋਂ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਦੇ ਆਸਰੇ ਤੋਂ ਬਿਨਾਂ ਤੇ ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ ਮੇਰੀ ਹੋਰ ਕੋਈ ਕਰਾਮਾਤ ਨਹੀਂ, ਨਾ ਮੇਰੀ ਕੋਈ ਕਿਤੇ ਉਹ ਹੈਗੀ ਆ, ਹੈ ਨਾ। ਸੋ ਇਹ ਇਸ ਪਰ ਅੱਜ ਦੇ ਜਿਹੜਾ ਬਾਣੀ ਪੜ੍ਹਨ ਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਦੇਖੋ, ਬਹੁਤ ਸਾਰੀਆਂ ਅਲਾਮਤਾਂ ਨੇ ਜਿਹੜੀਆਂ ਉਹਨਾਂ ਦੀ ਵਜ੍ਹਾ ਤੁਹਾਡੇ ਮਨ ਦੇ ਜਿਹੜੇ ਵਿਕਾਰ ਹੁੰਦੇ ਨੇ ਉਹ ਵੀ ਸਾਈਕੋਲੋਜੀਕਲੀ ਵੀ ਤੁਹਾਨੂੰ ਮਤਲਬ ਮਨ ਦਾ ਟਿਕਾਅ ਉਹਦੇ ਨਾਲ ਆ ਜਾਂਦਾ ਵਾ, ਥੋੜਾ ਸੰਤੋਖ ਹੋਣਾ ਸਿੱਖਦੇ ਹੋ, ਸੰਤੋਖ ਪ੍ਰਾਪਤ ਕਰਨਾ ਸਿੱਖਦੇ ਹੋ। ਤੁਸੀਂ ਸਿੱਖਦੇ ਹੋ ਕਿ ਅਸੀਂ ਆਪ ਕਿਵੇਂ ਜਿਉਣਾ ਤੇ ਦੂਸਰਿਆਂ ਨੂੰ ਕਿਸ ਤਰ੍ਹਾਂ ਜਿਉਣ ਦੇਣਾ। ਬਾਣੀ ਪੜ੍ਹਨ ਦਾ ਮੇਰਾ ਅਸਲ ਦੇ ਵਿੱਚ ਪਹਿਲਾਂ ਇਹੀ ਸੀਗਾ ਕਿ ਉਸ ਦਿਨ ਵੀ ਤੁਸੀਂ ਸੁਖਮਨੀ ਸਾਹਿਬ ਦੀ ਗੱਲ ਕਰ ਰਹੇ ਸੀਗੇ ਤੇ ਸੰਤਾਂ ਦੇ ਉੱਤੇ ਜਿਹੜੀ ਹੈਗੀ ਹਾਂਜੀ ਕਿਸੇ ਮੈਂ ਸੋਚਿਆ ਸੀਗਾ ਕਿ ਅਸੀਂ ਸੁਖਮਨੀ ਸਾਹਿਬ ਤੇ ਗੱਲ ਕਰਾਂਗੇ ਅੱਜ, ਪਰ ਫਿਰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ, ਮੈਂ ਕਿਹਾ ਵੀ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਤੇ ਆਪਾਂ ਅਗਲੀ ਜਿਹੜਾ ਰੱਖਣਾ ਇਹ ਆਪਣੀ ਟਾਕ ਹੈ ਉਹ ਅਸੀਂ ਸੁਖਮਨੀ ਸਾਹਿਬ ਤੇ ਹੀ ਕਰਾਂਗੇ। ਸੁਖਮਨੀ ਸਾਹਿਬ ਤੁਸੀਂ ਦੇਖੋਗੇ ਕਿ ਉਹ ਮਨੁੱਖ ਨੂੰ ਉਸ ਪਰਮਾਤਮਾ ਦੇ ਸਿਮਰਨ ਨਾਲ ਕਿਵੇਂ ਜੋੜਦੀ ਹੈ, ਦੁੱਖ ਨੂੰ ਤੇ ਸੁੱਖ ਨੂੰ ਤੁਸੀਂ ਕਿਵੇਂ ਕਰਕੇ ਮੰਨਣਾ, ਦੁਨੀਆ ਦੇ ਵਿੱਚ ਕਿਵੇਂ ਵਿਚਰਨਾ। ਉੱਥੇ ਕੱਲੀ ਸਿਰਫ ਸੰਤ ਦੀ ਗੱਲ ਨਹੀਂ ਕੀਤੀ ਹੋਈ, ਪੰਡਤ ਕਿਹੋ ਜਿਹਾ ਹੋਣਾ ਚਾਹੀਦਾ, ਬ੍ਰਹਮ ਗਿਆਨੀ ਕਿਹੋ ਜਿਹਾ ਹੋਣਾ ਚਾਹੀਦਾ ਹੈ, ਭਗਵਤੀ ਨੂੰ ਸਿਮਰਨ ਵਾਲਾ ਜਿਹੜਾ ਉਹ ਕਿਸ ਕਿਸਮ ਦਾ, ਵੈਸ਼ਨੋ ਕਿਹਨੂੰ ਕਹਿੰਦੇ ਨੇ, ਅਸਲੀ ਵੈਸ਼ਨੋ ਕੀ ਹੈ। ਉਹ ਤਾਂ ਉੱਥੇ ਵੀ ਗੁਰੂ ਪੰਚਮ ਪਾਤਸ਼ਾਹ ਇਹੀ ਦੱਸਦੇ ਨੇ ਤੁਸੀਂ ਬਣਨਾ ਕਿਹੋ ਜਿਹਾ ਹੈ ਨਾ। ਜੇ ਹਰ ਮਨੁੱਖ ਇਹ ਆਪਣਾ ਟੀਚਾ ਬਣਾ ਲਵੇ ਕਿ ਮੈਂ ਇਸ ਕਿਸਮ ਦਾ ਬਣਨਾ ਜਾਂ ਇਹੋ ਜਿਹਾ ਹੋਣਾ, ਤੇ ਫਿਰ ਸੁਸਾਇਟੀ ਦੇ ਵਿੱਚ ਤਾਂ ਕੋਈ ਬਿਮਾਰੀ ਰਹਿੰਦੀ ਨਹੀਂ ਹੈਗੀ, ਹੈ ਨਾ। ਅਲਾਮਤਾਂ ਬਹੁਤ ਸਾਰੀਆਂ ਨੇ ਜਿਹੜੀਆਂ ਉਹ ਮਨੁੱਖ ਦੇ ਹੱਥ ਵਿੱਚ ਨੇ, ਮਨੁੱਖ ਦੀਆਂ ਪੈਦਾ ਕੀਤੀਆਂ ਹੋਈਆਂ, ਤੇ ਉਹਨਾਂ ਨੂੰ ਮਨੁੱਖ ਨੇ ਜਿਹੜੇ ਉਹ ਕਲੈਕਟਿਵਲੀ ਸੋਲਵ ਕਰ ਸਕਦੇ ਆ ਸਮੱਸਿਆਵਾਂ, ਚਾਹੇ ਇਹ ਭੁੱਖਮਰੀ ਦੀ ਹੈ, ਗਰੀਬੀ ਦੀ ਹੈ ਨਾ, ਬਿਮਾਰੀਆਂ ਦੀ ਹੈ। ਇਹ ਬਿਮਾਰੀਆਂ ਕਿਉਂ ਨੇ? ਪੋਲਿਊਸ਼ਨ ਹੈ ਵਾਤਾਵਰਨ ਦੇ ਵਿੱਚ, ਉਹਦੇ ਕਰਕੇ ਬਿਮਾਰੀਆਂ ਪੈਦਾ ਹੁੰਦੀਆਂ ਨੇ। ਜੇ ਮਨੁੱਖ ਹੁਣ ਕੁਦਰਤ ਦੇ ਨਾਲ ਪ੍ਰੇਮ ਕਰਨਾ ਸਿੱਖੇ, ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿੱਚ ਸਾਰਾ ਕੁਦਰਤ ਦੇ ਬਾਰੇ ਕਿੰਨਾ ਕਿਹਾ ਕਿ ਸਾਰੀ ਹੈ ਹੀ ਕੁਦਰਤ ਹੈ ਇਹ, ਤੁਸੀਂ ਉਹ ਹਰ ਇੱਕ ਪੱਤੇ ਪੱਤੇ ਦੇ ਵਿੱਚ ਵੱਸਦਾ, ਤੇ ਫਿਰ ਉਹਨੂੰ ਆਪਾਂ ਕਿਵੇਂ ਵਿਗਾੜ ਸਕਦੇ ਜੇ ਉਹਨੂੰ ਸਾਰੇ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼। ਅਸਲ ਦੇ ਵਿੱਚ ਤਾਂ ਮਨੁੱਖ ਦੀ ਹਉਮੈ ਤੇ ਲਾਲਚ, ਇਹ ਦੋਵੇਂ ਚੀਜ਼ਾਂ ਨੇ, ਹੈ ਨਾ। ਇਹਨਾਂ ਦੇ ਵਿੱਚੋਂ ਹੀ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਇਹਨਾਂ ਦੇ ਵਿੱਚੋਂ ਹੀ ਸਾਰੀਆਂ ਜਿਹੜੀਆਂ ਤੁਹਾਡੀਆਂ ਦੁਨਿਆਵੀ ਸਮੱਸਿਆਵਾਂ ਨੇ, ਮਨੁੱਖ ਨੂੰ ਸਮੱਸਿਆਵਾਂ ਆਉਂਦੀਆਂ, ਚਾਹੇ ਵਾਤਾਵਰਨ ਦੀ ਹੈ, ਚਾਹੇ ਫੂਡ ਦੀ ਹੈ, ਕੋਈ ਵੀ ਹੈ, ਉਹ ਸਾਰੀਆਂ ਇਹਦੇ ਵਿੱਚ ਮਨੁੱਖ ਦਾ ਲਾਲਚ ਤੇ ਹਉਮੈ, ਇਹ ਦੋ ਚੀਜ਼ਾਂ ਨੇ ਨਾ ਜਿਹੜੀਆਂ ਉਹ ਸਾਰੀਆਂ ਬਿਮਾਰੀਆਂ ਦੀ ਜੜ ਨੇ। ਇਹਨਾਂ ਨੂੰ ਜਦੋਂ ਅਸੀਂ ਮਨੁੱਖ, ਕੋਈ ਵੀ ਮਨੁੱਖ ਇਹ ਤਹੀਆ ਆਪਣੇ ਆਪ ਨਾਲ ਕਰ ਲਵੇ ਕਿ ਮੈਂ ਹਉਮੈ ਨਹੀਂ ਰੱਖਣੀ ਤੇ ਮੈਂ ਲਾਲਚ ਨਹੀਂ ਕਰਨਾ, ਤੇ ਫਿਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਸੋਲਵ ਹੋ ਜਾਂਦੀਆਂ ਨੇ। ਗੁਰਬਾਣੀ ਹੈ ਜਿਹੜੀ ਉਹ ਕਿਤੇ ਕੋਈ ਕਰਾਮਾਤ ਨਹੀਂ ਵਰਤਾਉਂਦੀ, ਕੁਛ ਨਹੀਂ। ਕਰਾਮਾਤ ਤਾਂ ਇਹੀ ਹੈ ਕਿ ਤੁਹਾਨੂੰ ਕਰਮ ਕਰਨਾ ਸਿਖਾਉਂਦੀ ਹੈ ਕਿ ਤੁਸੀਂ ਕਰਮ ਕਿੱਦਾਂ ਦੇ ਕਰਨੇ ਆ ਤੇ ਕਿਵੇਂ ਉਹਦੇ ਨਾਲ ਰੱਬ ਦੇ ਨਾਲ ਜੁੜਨਾ, ਕਿਹੜਾ ਰਸਤਾ ਤੁਸੀਂ ਚੁਣਨਾ। ਕਿਉਂਕਿ ਗੁਰਬਾਣੀ ਦੇ ਵਿੱਚ ਕਿਹਾ ਖੋਜੀ ਉਪਜੈ ਬਾਦੀ ਬਿਨਸੈ, ਖੋਜੀ ਹੈ ਜਿਹੜਾ ਅੱਗੇ ਤੋਂ ਅੱਗੇ ਆਪਣਾ ਰਸਤਾ ਲੱਭਦਾ ਮਨੁੱਖ ਤੇ ਉਹ ਵਿਗਸਦਾ ਹੈ ਉਹ, ਹੈ ਨਾ। ਜੇ ਵਾਦ ਵਿਵਾਦ ਦੇ ਵਿੱਚ ਪੈਣਾ ਉਹ ਤੁਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ। ਸੋ ਗੁਰਬਾਣੀ ਤਾਂ ਇਹ ਵੀ ਨਹੀਂ ਹੈ ਵੀ ਉਹ ਕਿਤੇ ਬਲਾਈਂਡਲੀ ਤੁਹਾਨੂੰ ਚੱਲਣ ਲਈ ਕਹਿੰਦੀ ਹੈ, ਹਰ ਇੱਕ ਗੱਲ ਦੇ ਉੱਤੇ ਰੀਜ਼ਨ ਕੀਤਾ ਹੋਇਆ ਉਹਨਾਂ ਨੇ ਆਪਣਾ, ਮਤਲਬ ਸ਼ਬਦ ਨੂੰ ਵਿਚਾਰਨ ਦੀ ਵੀ ਗੱਲ ਕੀਤੀ ਹੋਈ ਕਿ ਤੁਸੀਂ ਵਿਚਾਰ ਕੇ ਸੋਚ ਸਮਝ ਕੇ ਜਦੋਂ ਚੱਲਦੇ ਹੋ ਤਾਂ ਬਹੁਤ ਸਾਰੀਆਂ ਜਿਹੜੀਆਂ ਅਲਾਮਤਾਂ ਨੇ ਉਹਨਾਂ ਤੋਂ ਨਿਜਾਤ ਮਨੁੱਖ ਪਾ ਸਕਦਾ। ਤੇ ਉਹ ਜਿਹੜੀ ਉਹ ਤੁਸੀਂ ਕੀਤੀ ਹੈ ਗੱਲ ਵੀ ਇਹ ਹੋ ਗਿਆ ਉਹ ਨਹੀਂ ਹੈ, ਇਹ ਕਰਾਮਾਤੀ ਗੱਲ ਨਹੀਂ ਹੈ। ਇਹ ਗੱਲ ਤਾਂ ਇਹ ਹੈ ਵੀ ਤੁਹਾਨੂੰ ਇੱਕ ਜਿਉਣ ਦਾ ਵਧੀਆ ਢੰਗ ਦਿੰਦੀ ਹੈ ਗੁਰਬਾਣੀ। ਉਸ ਢੰਗ ਤੇ ਜਦੋਂ ਤੁਸੀਂ ਚੱਲਦੇ ਹੋ, ਡਾਕਟਰ ਸਾਹਿਬ ਜਿਹੜੀ ਬੰਦਾ ਜਦੋਂ ਮਨ ਤੁਹਾਡਾ ਤੰਦਰੁਸਤ ਹੈ, ਸਰੀਰ ਤੰਦਰੁਸਤ ਹੈ, ਫਿਰ ਕੋਈ ਬਾਕੀ ਗੱਲਾਂ ਸਾਰੀਆਂ ਮੈਂ ਬਾਰ-ਬਾਰ ਫਿਰ ਉੱਥੇ ਆ ਜਾਣਾ ਜਿੱਦਾਂ ਕਦੇ ਵਰਤਾਰੇ ਹੁੰਦੇ ਸਾਡੇ ਦੁਆਲੇ। ਅੱਜ ਕੱਲ ਇੱਕ ਸਮਾਂ ਆਪਣਾ ਹੋ ਚੱਲਿਆ, ਸਿਮਰਨ ਕਰਨ ਦਾ ਬੜਾ ਜ਼ੋਰ ਦਿੱਤਾ ਜਾਂਦਾ, ਔਰ ਸਿਮਰਨ ਦੀਆਂ ਵਿਧੀਆਂ ਵੀ ਬੜੀਆਂ ਅਜੀਬੋ-ਗਰੀਬ ਨੇ। ਜਿੱਦਾਂ ਆਪਾਂ ਕਹਿੰਦੇ ਕਿ ਸਿੱਖ ਧਰਮ ਦੇ ਵਿੱਚ ਕੋਈ ਤਸਬੀਹ ਮਾਲਾ ਜੇ ਉਹ ਕੁਝ ਫੜਨ ਦਾ ਪਖੰਡ ਕਰਨ ਦਾ ਨਹੀਂ ਹੈ। ਤੇ ਹੁਣ ਜਦੋਂ ਸਾਡੇ ਗੁਰਦੁਆਰੇ ਸਾਹਿਬਾਂ ਦੇ ਵਿੱਚ ਜਾ ਕੇ ਲੋਕ ਜਦੋਂ ਵਾਹਿਗੁਰੂ ਦਾ ਜਾਪ ਕਰਦੇ ਨੇ, ਵਾਹਿਗੁਰੂ ਦਾ ਜਾਪ ਕਰਨਾ ਉਹ ਕਹਿੰਦੇ ਬੜਾ ਪਵਿੱਤਰ, ਇੱਕ ਵਾਰੀ ਤੁਸੀਂ ਬਾਣੀ ਪੜ੍ਹੋ ਨਾ ਪੜ੍ਹੋ, ਵਾਹਿਗੁਰੂ
ਵਾਹਿਗੁਰੂ ਕਹਿ ਦੋ ਉਹਦੇ ਵਿੱਚ ਸਾਰਾ ਕੁਝ ਹੀ ਹੋ ਜਾਂਦਾ। ਉਹ ਇਦਾਂ ਦਾ ਪ੍ਰਚਾਰ ਹੁੰਦਾ ਹੈ ਕਿ ਵਾਹਿਗੁਰੂ ਸ਼ਬਦ ਆਪਣੇ ਆਪ 'ਚ ਹੀ ਸਾਰੀ ਗੁਰਬਾਣੀ ਆ। ਕੱਲਾ ਤੁਸੀਂ ਵਾਹਿਗੁਰੂ ਦਾ ਵਜਾਗ ਉਹ ਸਿਮਰਨ ਕਰਦੇ ਜਾਓ, ਤੁਸੀਂ ਕੁਛ ਨਾ ਪੜੋ। ਆਪਾਂ ਕਹਾਵਤ ਕਹਾਣੀਆਂ ਸੁਣਦੇ ਹੁੰਦੇ ਸੀਗੇ ਕਿ ਕੋਈ ਚੋਰ ਚੱਕਾ ਸੀ ਤੇ ਉਹ ਰਾਮ ਦਾ ਨਾਂ ਨਹੀਂ ਸੀ ਲੈਂਦਾ, ਉਹ ਪੁੱਠੇ ਪਾਸਿਓਂ ਕਰਦਾ ਸੀ। ਉਹਨੂੰ ਕਿਸੇ ਫਕੀਰ ਨੇ ਦਾ ਤੂੰ ਰਾਮ ਨਾ ਕਹਿ, ਮਰਾ ਮਰਾ ਹੀ ਕਰੀ ਜਾ। ਉਹ ਮਰਾ 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 ਰਾਮ ਨਾ ਕਰੋ, ਰਾਮ ਨਿਕਲਦਾ ਸੀ ਮੂੰਹ 'ਚੋਂ ਤੇ ਉਹਦੇ ਨਾਲ ਤਰ ਗਿਆ। ਇਦਾਂ ਦੀ ਫਿਲਾਸਫੀ ਸਿੱਖੀ 'ਚ ਵੀ ਆ ਰਹੀ ਆ ਕਿ ਤੁਸੀਂ ਸਿਮਰਨ ਕਰਦੇ ਰਹੋ, ਵਾਹਿਗੁਰੂ 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 ਕਰਦੇ ਰਹੋ, ਤੇ ਤੁਸੀਂ ਬਾਣੀ ਨਾ ਪੜੋ, ਬਾਣੀ ਨੂੰ ਪਾਸੇ ਰੱਖ ਦਿਓ ਸਮੇਟ ਕੇ, ਤਾਂ ਵੀ ਤੁਹਾਡਾ ਪਾਰ ਤਾਰਾ ਹੋ ਜਾਊਗਾ। ਇਸ ਗੱਲ ਨਾਲ ਸਹਿਮਤ ਨਹੀਂ ਹੈ। ਵਾਹਿਗੁਰੂ ਮੂੰਹੋਂ ਕਹਿਣਾ ਜਾਂ ਰਾਮ ਕਹਿਣਾ, ਇਹ ਹੈ ਵੀ ਆਪਣੇ ਆਪ ਨੂੰ ਉਹਦੇ ਨਾਲ ਜੋੜਨਾ ਹੈ ਨਾ। ਤੇ ਜਦੋਂ ਅਸੀਂ ਸਾਨੂੰ ਮਤਲਬ ਬਾਣੀ ਪੜ੍ਹਨ ਤੇ ਸੁਣਨ ਤੇ ਵਿਚਾਰਨ ਲਈ ਕਿਹਾ ਗਿਆ। ਤੁਸੀਂ ਜਪਜੀ ਸਾਹਿਬ ਹੀ ਲੈ ਲਓ, ਉੱਥੇ ਸੁਣਿਆ ਮੰਨਿਆ ਦੀਆਂ ਜਿਹੜੀਆਂ ਪੌੜੀਆਂ ਨੇ ਤੇ ਏਕ ਧਿਆਨ, ਉਹਦੇ ਵਿੱਚ ਕੀ ਦੱਸਿਆ ਹੋਇਆ ਸਾਰਾ ਵੀ ਸੁਣਨ ਦੇ ਨਾਲ ਤੁਸੀਂ ਗਿਆਨ ਪ੍ਰਾਪਤ ਕਰਦੇ ਹੋ, ਹੈ ਨਾ। ਇਹ ਤੁਹਾਡਾ ਪਰਸੈਪਸ਼ਨ ਹੈ ਜਿਹੜੀ ਗਿਆਨ ਸੁਣੀਏ ਮੰਨੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਓ। ਉਹਨੂੰ ਸੁਣਨਾ ਵੀ ਹੈ, ਉਹਦੇ ਤੇ ਮੰਨਣ ਕਰਨਾ। ਮੰਨਿਆ ਦਾ ਮਤਲਬ ਵਿਸ਼ਵਾਸ ਲਿਆਉਣਾ ਨਹੀਂ, ਮੰਨਿਆ ਦਾ ਮਤਲਬ ਮੰਨਣ ਕਰਨਾ। ਹਾਂ, ਇਹ ਪਹਿਲਾ ਕਨਸੈਪਟ ਇਹ ਸ਼ੰਕਰਾਚਾਰੀਆ ਨੇ ਦਿੱਤਾ ਹੋਇਆ ਉਪਨਿਸ਼ਦਾਂ ਦੇ ਸੰਬੰਧ ਦੇ ਵਿੱਚ ਜਾਂ ਵਿਦਾਂਤ ਦੇ ਵਿੱਚ। ਉਹਨੂੰ ਸੁਣਨਾ, ਬਾਣੀ ਨੂੰ ਸੁਣ ਕੇ ਤੁਹਾਨੂੰ ਗਿਆਨ ਪ੍ਰਾਪਤ ਹੁੰਦਾ, ਆਲੇ ਦੁਆਲੇ ਦਾ ਵੀ, ਇਸ ਦੁਨੀਆ ਦਾ ਵੀ, ਉਸ ਦੁਨੀਆ। ਫਿਰ ਉਹਦੇ ਉੱਤੇ ਮੰਨਣ ਕਰਨਾ। ਉਹ 'ਤੇ ਤੁਸੀਂ ਜਦੋਂ ਵਿਚਾਰ ਕਰੋਗੇ ਫਿਰ ਤੁਸੀਂ ਮਤਲਬ ਨੱਟ ਸ਼ੈਲ 'ਤੇ ਕਿਸੇ ਨਤੀਜੇ 'ਤੇ ਪਹੁੰਚ ਸਕਦੇ ਹੋ ਵੀ ਕੀ ਗਲਤ ਹੈ ਅਤੇ ਕੀ ਠੀਕ ਹੈ। ਫਿਰ ਉਹ ਰੱਬ ਦੇ ਧਿਆਨ ਦੇਣਾ ਉਹਦੇ ਵੱਲ, ਹੈ ਨਾ। ਧਿਆਨ ਜੋੜਨਾ ਉਹਦੇ 'ਤੇ, ਕੰਟੈਂਪਲੇਸ਼ਨ ਕਰਨੀ ਹੈ ਕਿ ਕੀ ਹੈ ਇਹ। ਅਤੇ ਇਹ ਸਾਰਾ ਰਸਤਾ ਜਿਹੜਾ ਉਹ ਹੈ ਹੀ ਵਿਚਾਰ ਦੇ ਨਾਲ ਜੁੜਿਆ ਹੈ। ਵਿਚਾਰ ਤੋਂ ਖਾਲੀ ਕੁਛ ਨਹੀਂ ਹੈ। ਇਕੱਲਾ ਉਹ ਮੂੰਹੋਂ ਤੁਸੀਂ ਰਾਮ ਰਾਮ ਕਹੀ ਜਾਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਅੰਦਰੋਂ ਤੁਸੀਂ ਆਪਣੇ ਆਪ ਨੂੰ ਨਹੀਂ ਸੁਧਾਰਦੇ, ਇਹ ਕੋਈ ਗੱਲ ਨਹੀਂ ਬਣਦੀ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਵੈਸੇ ਦਿਲ ਨਹੀਂ ਕਰਦਾ ਹੁੰਦਾ ਕਿ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਬੰਦ ਕਰੀਏ, ਸੋ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਬਹੁਤ ਵਿਸਤਾਰ 'ਚ ਗੁਰੂ ਸਾਹਿਬ ਦੀ ਫਿਲਾਸਫੀ ਤੇ ਜੋ ਵਰਤਾਰਾ ਅੱਜ ਚੱਲ ਰਿਹਾ ਉਹਨਾਂ ਦੇ ਸੰਦਰਭ 'ਚ ਸਾਰੀਆਂ ਗੱਲਾਂ ਤੋਂ ਜਾਣੂ ਕਰਵਾਇਆ। ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਆਪਾਂ ਸੁਖਮਨੀ ਸਾਹਿਬ ਤੇ ਜੋ ਵਿਚਾਰ ਚਰਚਾ ਕਰਾਂਗੇ ਕਿ ਵਾਕਿਆ ਹੀ ਕੀ ਮੇਰੇ ਮਨ 'ਚ ਇਹ ਪਿਛਲੀ ਵਾਰੀ ਆਇਆ ਸੀ ਵੀ ਕਾਫੀ ਭੁਲੇਖੇ ਨੇ, ਤੇ ਇਹ ਅਸੀਂ ਇਹਨਾਂ ਨੂੰ ਕਰਾਂਗੇ ਤੇ ਸੁਣਾਂਗੇ ਤੇ ਸੋਚਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹੈ। ਸਾਡੀ ਤਾਂ ਕੋਸ਼ਿਸ਼ ਹੀ ਹੈ ਨਾ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।